ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਖ ਮੋਹਿ ਵਿਆਪਿਆ, ਬੈਰਾਗੇ ਉਦਾਸੀ ਨਾ ਹੋਏ। ਸ਼ਬਦ ਨ ਚੀਨੈ ਸਦਾ ਦੁਖ, ਹਰ ਦਰਗਹਿ ਪਤ ਖੋਏ। ਮਨ ਮੁਖ ਮੋਹਿ ਵਿਆਪਿਆ, ਬੈਰਾਗੇ ਉਦਾਸੀ ਨਾ ਹੋਏ। ਸ਼ਬਦ ਨ ਚੀਨੈ ਸਦਾ ਦੁਖ, ਹਰ ਦਰਗਹਿ ਪਤ ਖੋਏ। ਹਉ ਮੈਂ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ। ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੀ ਉਦਾਸਾ। ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ। ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੀ ਉਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਪਵਿੱਤਰ ਲੜੀਵਾਰ ਕਥਾ ਮੁਤਾਬਕ ਸ਼ਬਦ ਦਾ ਪਾਠ ਸਰਵਣ ਕੀਤਾ, ਬਾਣੀ ਦੀ ਵਿਚਾਰ ਨਾਲ ਜੁੜਨਾ ਕਰੀਏ ਜੀ। ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਦ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਤੀਜਾ। ਮਨ ਮੁਖ ਮੋਹਿ ਵਿਆਪਿਆ, ਬੈਰਾਗੀ ਉਦਾਸੀ ਨਾ ਹੋਏ। ਇੱਕ ਓੰਕਾਰ ਸ਼ਬਦ ਨ ਚੀਨੈ ਸਦਾ ਦੁਖ, ਹਰ ਦਰਗਹਿ ਪਤ ਖੋਏ। ਹਉ ਮੈਂ ਗੁਰਮੁਖ ਖੋਈਐ, ਨਾਮ ਰਤੇ ਸੁਖ ਹੋਏ। ਮੇਰੇ ਮਨ ਅਹਨਿਸ ਪੂਰ ਰਹੀ ਨਿਤ ਆਸਾ। ਸਤਿਗੁਰ ਸੇਵ ਮੋਹ ਪਰ ਜਲੈ, ਘਰ ਹੀ ਮਾਹੀ ਉਦਾਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਵਚਨ
ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਹਾਨ ਨਿਤਾਣਿਆਂ ਦੇ ਤਾਣ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਗੋਇੰਦਵਾਲ ਸਾਹਿਬ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਉਚਾਰਨ ਕੀਤਾ। ਇਹ ਸ਼ਬਦ ਦੀ ਉਥਾਨਕਾ ਮੁਤਾਬਕ ਦੱਸਦੇ ਹੈ ਕਿ ਇੱਕ ਦਿਨ ਸਿੱਖ ਸੰਗਤਾਂ ਨੇ ਬੇਨਤੀ ਕੀਤੀ, ਮਹਾਰਾਜ ਆ ਜੋ ਸੰਸਾਰ ਵਿੱਚ ਬੈਰਾਗੀ ਤੇ ਉਦਾਸੀ ਹਨ, ਔਰ ਇਹਦੇ ਬਾਰੇ ਸਾਨੂੰ ਦੱਸਣਾ ਕਰੋ ਵੀ ਇਹ ਕੈਸਾ ਹੋਣਾ ਚਾਹੀਦਾ, ਬੈਰਾਗ ਕੈਸਾ ਹੋਵੇ, ਉਦਾਸੀ ਕੈਸੀ ਹੋਵੇ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਿੱਖ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਫਿਰ ਅਸਲੀ ਬੈਰਾਗ ਤੇ ਅਸਲੀ ਉਦਾਸੀ ਦਾ ਜੁਗਤ ਦੱਸਦੇ ਹੈ। ਤੇ ਜਿਹੜੇ ਗੁਰੂ ਪਿਆਰਿਓ ਆਪਣਿਆਂ ਫਰਜ਼ਾਂ ਨੂੰ ਛੱਡ ਕੇ, ਘਰ ਛੱਡ ਕੇ ਜੰਗਲਾਂ ਨੂੰ ਤੁਰ ਜਾਂਦੇ ਆ, ਦੁਨੀਆ ਉਹਨਾਂ ਨੂੰ ਬੈਰਾਗੀ ਤੇ ਉਦਾਸੀ ਕਹਿੰਦੀ ਆ। ਪਰ ਸਤਿਗੁਰੂ ਪਾਤਸ਼ਾਹ ਕਿਸ ਨੂੰ ਕਹਿੰਦੇ ਹਨ? ਇਹ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਸ੍ਰੀ ਰਾਗ ਮਹੱਲਾ ਤੀਜਾ, ਇਹ ਪਵਿੱਤਰ ਸ਼ਬਦ ਰਾਗ ਸ੍ਰੀ ਰਾਗ ਦਾ ਹੈ। ਤੀਸਰੇ ਪਾਤਸ਼ਾਹ ਜੀ ਨੇ ਉਚਾਰਨ ਕੀਤਾ ਹੈ, ਅੰਗ 29 ਉੱਪਰ ਸੁਭਾਏਮਾਨ ਹੈ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਸਿੱਖੋ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ ਬੈਰਾਗੀ ਜਾਂ ਉਦਾਸੀ ਦੁਨੀਆ ਵਿੱਚ ਤੁਰੇ ਫਿਰਦੇ ਹੈ, ਉਹ ਮਨਮੁਖ ਹਨ। ਉਹ ਮਨ ਦੇ ਮਗਰ ਲੱਗ ਕੇ ਘਰ-ਬਾਰ ਤਿਆਗ ਕੇ ਤੁਰੇ ਫਿਰਦੇ ਹਨ, ਪਰ ਪਰਮੇਸ਼ਰ ਨਾਲ ਨਹੀਂ ਜੁੜੇ। ਸ਼ਬਦ ਨਾ ਚੀਨੈ ਸਦਾ ਦੁੱਖ, ਘਰ ਦੇ ਦੁੱਖਾਂ ਤੋਂ ਡਰਦੇ ਭੱਜ ਗਏ। ਜਿਵੇਂ ਆਮ ਕਹਾਵਤ ਹੈ ਇੱਕ ਸਾਡੇ ਮਾਲਵੇ ਦੀ ਕਿ ਭਾਦੋਂ ਦੇ ਭਜਾਏ ਜੱਟ ਜਾਂ ਹੋਰ ਲੋਕ ਸਾਧ ਬਣ ਜਾਂਦੇ ਆ। ਭਾਦੋਂ ਦਾ ਮਹੀਨਾ ਵੀ ਚੱਲ ਰਿਹਾ। ਭਾਦੋਂ ਦੇ ਮਹੀਨੇ ਦਾ ਸੁਭਾਅ ਕੈਸਾ ਹੈ? ਹਵਾ ਚੱਲਣ ਲੱਗ ਪਈ ਤੇ ਠੰਡ ਲੱਗਣ ਲੱਗ ਜਾਂਦੀ ਹੈ। ਜੇ ਹਵਾ ਬੰਦ ਹੋ ਜਾਵੇ ਤੇ ਇੱਕਦਮ ਬਹੁਤ ਜ਼ਿਆਦਾ ਵੱਟ ਹੋ ਜਾਂਦਾ ਹੈ। ਤੇ ਖੇਤਾਂ ਵਿੱਚ ਕੰਮ ਕਰਨ ਵਾਲਿਆਂ ਨੂੰ ਤਾਂ ਇਹ ਦੋਨੇ ਚੀਜ਼ਾਂ ਬੜੀਆਂ ਝੱਲਣੀਆਂ ਪੈਂਦੀਆਂ। ਜਦ ਫਸਲਾਂ ਨੂੰ ਵੱਢਦੇ ਹੈ ਤੇ ਇੱਕਦਮ ਗੁਰੂ ਪਿਆਰਿਓ ਵੱਟ ਹੋ ਜਾਣਾ, ਹਵਾ ਚੱਲ ਪਈ ਤੇ ਠੰਡ ਲੱਗਣ ਲੱਗ ਜਾਣੀ। ਭਾਵ ਇਹਦਾ ਮੌਸਮ ਜਿਹੜਾ ਹੈ ਇਉਂ ਬਦਲਦਾ ਰਹਿੰਦਾ। ਬਹੁਤ ਸਾਰੇ ਕਮਜ਼ੋਰ ਦਿਲ ਮਨੁੱਖ ਗ੍ਰਸਤੀ ਜੀਵਨ ਦੇ ਫਰਜ਼ਾਂ ਤੋਂ ਭੱਜ ਜਾਂਦੇ ਹਨ। ਘਰ ਦੇ ਦੁੱਖਾਂ ਨੂੰ ਬਚਣ ਵਾਸਤੇ ਘਰ ਦੇ ਦੁੱਖਾਂ ਤੋਂ ਜੰਗਲਾਂ ਵਿੱਚ ਚਲੇ ਜਾਂਦੇ ਔਰ ਸਾਧਾਂ ਦਾ ਬਾਣਾ ਪਾ ਲੈਂਦੇ ਆ, ਮੰਗ ਕੇ ਖਾਂਦੇ ਆ। ਘਰੇ ਉਹਨਾਂ ਨੂੰ ਐਂ ਲੱਗਦਾ ਸੀ ਸ਼ਾਇਦ ਜੇ ਅਸੀਂ ਘਰੋਂ ਨਿਕਲ ਜਾਈਏ ਗ੍ਰਸਤੀ ਜੀਵਨ ਛੱਡ ਕੇ ਸੁਖੀ ਵਸਾਂਗੇ, ਪਰ ਪਤਾ ਉਦੋਂ ਲੱਗਿਆ ਵੀ ਨਹੀਂ, ਇਹਦੋਂ ਤਾਂ ਘਰੇ ਹੀ ਚੰਗੇ ਸੀ। ਰਾਜਾ ਭਰਥਰੀ ਹੋਇਆ ਜਿਹੜਾ ਚੰਗਾ ਭਲਾ ਰਾਜ ਕਰਦਾ ਸੀਗਾ। ਬੇਅੰਤ ਵਸਤੂਆਂ ਸਨ, ਰਾਣੀਆਂ ਸਨ, ਹੀਰੇ ਜਵਾਹਰਾਤ ਲਾਲਾਂ ਦੇ ਖਜ਼ਾਨੇ ਭਰੇ ਸੀ ਸੰਪਤੀ ਦੇ, ਮਾਇਆ ਦੇ। ਔਰ ਇੱਕ ਦਿਨ ਗੋਰਖਨਾਥ ਦੇ ਜੋਗੀਆਂ ਦੇ ਮਗਰ ਲੱਗ ਕੇ ਘਰ-ਬਾਰ ਤੇ ਆ ਗਿਆ ਤੇ ਗੋਰਖਨਾਥ ਦਾ ਚੇਲਾ ਹੋ ਗਿਆ। ਔਰ ਗੋਰਖਨਾਥ ਨੇ ਘੋਣ-ਮੁਣ ਕਰਕੇ ਮੁੰਦਰਾਂ ਪਾਤੀਆਂ, ਮੰਗਣ ਤੋਰਤਾ। ਤੇ ਫਿਰ ਉਹ ਭਰਤਰੀ ਬੜਾ ਦੁਖੀ ਹੋਇਆ ਕਿਉਂਕਿ ਹੁਣ ਘਰੇ ਤਾਂ ਮੁੜ ਨਹੀਂ ਸਕਦਾ। ਤੇ ਗੁਰੂ ਪਿਆਰਿਓ ਇੱਕ ਦਿਨ ਚੱਲਦਾ ਚੱਲਦਾ ਮਨ ਸਾਡਾ ਕੈਸਾ ਹੈ, ਲੱਖਾਂ ਰੁਪਈਆ ਤਿਆਗ ਦੇਵੇ, 1 ਰੁਪਈਏ ਤੇ ਬੇਈਮਾਨ ਹੋ ਜਾਵੇ। ਘਰੇ ਲਾਲਾਂ ਦੇ ਖਜ਼ਾਨੇ ਛੱਡ ਕੇ ਆ ਗਿਆ। ਬਾਹਰ ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ, ਉਹ ਲਾਲ ਰੰਗ ਦਾ ਥੁੱਕ ਬਣ ਜਾਂਦਾ ਗੋਲਾ ਜਿਹਾ, ਤੇ ਭੱਜ ਕੇ ਉਹਨੂੰ ਹੱਥ ਪਾ ਲਿਆ ਵੀ ਲਾਲ ਹੈ, ਪਰ ਹੱਥ ਲਿਬੜ ਗਿਆ। ਹੱਥ ਲਵੇੜਿਓ ਪੀਕ।
ਭਰਥਰੀ ਰਾਜੇ ਨੇ ਜਿਹੜਾ ਹੈ ਸਭ ਕੁਝ ਛੱਡ ਕੇ, ਇਹ ਮਨ ਐਸਾ ਮੂਰਖ ਹੈ, ਫਿਰ ਆਪਣੇ ਆਪ ਨੂੰ ਲਾਹਨਤਾਂ ਪਾਉਂਦਾ ਹੋਏ ਮੂਰਖਾ, ਉੱਥੇ ਇੰਨੇ ਲਾਲ ਛੱਡ ਕੇ ਆ ਗਿਆ, ਕੀ ਤੂੰ ਕਿੱਧਰ ਚੱਲਿਆ। ਖੈਰ ਵੈਰਾਗ ਤਾਂ ਘਰੇ ਰਹਿੰਦੇ ਆ, ਵੀ ਹੋ ਸਕਦਾ ਗ੍ਰਸਤੀ ਜੀਵਨ 'ਚ ਰਹਿੰਦੇ ਆ, ਹਸੰਦੇ ਆ, ਖਿਲੰਦੇ ਆ, ਪਹਿਨੰਦੇ ਆ, ਖਾਵੰਦੇ ਆ, ਵਿੱਚੇ ਹੋਵੇ ਮੁਕਤ, ਨਾਨਕ ਸਤਿਗੁਰ ਭੇਟਿਆ ਐਸੀ ਹੋਵੇ ਜੁਗਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਹ ਕਹਿੰਦੀ ਹੈ ਕਿ ਇਹੋ ਜਿਹੀ ਜੁਗਤ ਬਣ ਜਾਵੇ, ਗੁਰੂ ਮਿਲ ਜਾਵੇ, ਤੇ ਤੈਨੂੰ ਘਰ ਦੇ ਵਿੱਚ ਰਹਿੰਦਿਆਂ ਹੀ ਪਰਮੇਸ਼ਰ ਦੀ ਜਿਹੜੀ ਪ੍ਰਾਪਤੀ ਆ ਉਹ ਹੋ ਸਕਦੀ ਹੈ, ਲੋੜ ਨਹੀਂ ਭਟਕਣ ਦੀ। ਤੇ ਸਿੱਖੋ, ਜਿਨ੍ਹਾਂ ਨੂੰ ਤੁਸੀਂ ਵੈਰਾਗੀ ਜਾਂ ਉਦਾਸੀ ਕਹਿੰਦੇ ਹੋ, ਅਸਲ ਦੇ ਵਿੱਚ ਉਹ ਬੜੇ ਦੁਖੀ ਆ, ਕਿਉਂਕਿ ਉਹਨਾਂ ਨੇ ਅਸਲੀਅਤ ਨੂੰ, ਸੱਚ ਨੂੰ ਜਾਣਿਆ ਨਹੀਂ। ਘਰੋਂ ਨਿਕਲ ਗਏ ਔਰ ਘਰੇ ਤਾਂ ਜਿਹੜੀਆਂ ਸਰੀਰਕ ਲੋੜਾਂ ਪੂਰੀਆਂ ਹੁੰਦੀਆਂ ਸੀ, ਪ੍ਰਸ਼ਾਦਾ ਵੀ ਪੱਕਿਆ ਮਿਲਦਾ ਸੀ, ਕੱਪੜੇ ਵੀ ਧੋਤੇ ਮਿਲਦੇ ਸਨ, ਪਰਿਵਾਰ ਦੇ ਵਿੱਚ ਰਹਿੰਦੇ ਆ, ਸੁੱਖ ਸਹੂਲਤਾਂ ਮਿਲਦੀਆਂ ਸੀ, ਭਾਵੇਂ ਕੁਝ ਦੁੱਖ ਵੀ ਹੁੰਦੇ ਆ, ਪਰਿਵਾਰ ਨੂੰ ਚਲਾਉਂਦੇ ਆ, ਪਰ ਸੁੱਖ ਵੀ ਹੁੰਦੇ ਆ। ਪਰ ਬਾਹਰ ਜਾ ਕੇ ਤਾਂ ਸਾਰਾ ਕੁਝ ਹੀ ਮੰਗਣਾ ਪਿਆ ਦਰ ਦਰ ਤੋਂ। ਫਿਰ ਇੱਕ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਚਾਰ ਵੱਡੇ ਦੁੱਖ ਹਨ। ਪਹਿਲਾ ਤਾਂ ਦੁੱਖ ਜੀਵ ਨੂੰ ਪਰਮਾਤਮਾ ਤੋਂ ਵਿਛੋੜੇ ਦਾ ਪਿਆ, ਤੇ ਦੂਜਾ ਫਿਰ ਪੇਟ ਦੀ ਭੁੱਖ ਤੰਗ ਕਰਦੀ ਹੈ। ਮੌਤੋਂ ਭੁੱਖ ਬਰੀ, ਰਾਤੀ ਖਾ ਕੇ ਸੁੱਤੇ, ਤੜਕੇ ਫੇਰ ਖੜੀ, ਕਹੋ ਸਤਨਾਮ ਸੀ। ਧੰਨ ਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਸਿੱਖੋ ਅਸਲ ਦੇ ਵਿੱਚ ਇਹ ਮਨਮੁਖਤਾ ਹੈ, ਇਹ ਸੱਚ ਨਹੀਂ ਹੈ, ਸਹੀ ਨਹੀਂ ਹੈ। ਨਾ ਸੁੱਖ ਵਿੱਚ ਗ੍ਰਸਤ ਦੇ, ਗ੍ਰਸਤੀ ਕਹਿੰਦੇ ਅਸੀਂ ਦੁਖੀ ਹਾਂ, ਨਾ ਸੁੱਖ ਛੱਡ ਗਿਆ, ਉਹਨਾਂ ਨੂੰ ਪੁੱਛ ਲਓ ਜਿਹੜੇ ਛੱਡ ਕੇ ਚਲੇ ਗਏ, ਤੁਸੀਂ ਸੁਖੀ ਹੋ ਗਏ? ਕਹਿੰਦੇ ਨਾ ਜਰ ਅਸੀਂ ਵੀ ਦੁਖੀ ਹਾਂ। ਫਿਰ ਸੁਖੀ ਕਿਵੇਂ ਹੋ ਸਕਦੇ ਸੀ? ਨਾ ਸੁੱਖ ਵਿੱਚ ਗ੍ਰਸਤ ਦੇ, ਨਾ ਸੁੱਖ ਛੱਡ ਗਿਆ, ਸੁੱਖ ਹੈ ਵਿੱਚ ਵਿਚਾਰਦੇ, ਸਤਿਗੁਰ ਸ਼ਰਨ ਪਿਆ। ਜਦੋਂ ਗੁਰੂ ਦੇ ਕੋਲੋਂ ਉਪਦੇਸ਼ ਲੈ ਕਰਕੇ ਅਸੀਂ ਆਪਣਾ ਜੀਵਨ ਉਸ ਉਪਦੇਸ਼ ਦੇ ਮੁਤਾਬਕ ਗੁਰਮਤਿ ਅਨੁਸਾਰ ਬਤੀਤ ਕਰਾਂਗੇ। ਸੰਸਾਰ ਕਹਿੰਦੇ ਆ ਵਰਤ ਰੱਖੋ ਜੀ, ਧੂਣੀਆਂ ਤਾਪੋ, ਜਲ ਧਾਰੇ ਕਰੋ, ਆਦਿ ਆਦਿ, ਫਿਰ ਰੱਬ ਮਿਲ ਸਕਦਾ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਐਸਾ ਕਰਨ ਦੀ ਲੋੜ ਨਹੀਂ ਹੈ। ਮੈਂ ਦੱਸਦਾ ਕਿਹੜਾ ਵਰਤ ਰੱਖਣਾ ਹੈ। ਜੇ ਗੁਰਬਾਣੀ ਮੁਤਾਬਕ ਜੀਵਨ ਬਤੀਤ ਕਰੀਏ ਤੇ ਸਾਨੂੰ ਗ੍ਰਸਤੀ ਜੀਵਨ ਵਿੱਚ ਹੀ ਸੁੱਖ ਮਿਲ ਸਕਦੇ ਹਨ। ਕੀ ਕਹਿੰਦੇ ਆ ਮੇਰੇ ਪ੍ਰੀਤਮ? ਦਸਵੇਂ ਸਤਿਗੁਰੂ ਪਾਤਸ਼ਾਹੀ ਦਸਵੀਂ, ਅਲਪ ਆਹਾਰ ਸੁਲਪ ਸੀ ਨਿੰਦਰਾ। ਥੋੜਾ ਖਾਣਾ ਹੈ, ਭੁੱਖੇ ਨਹੀਂ ਮਰਨਾ, ਥੋੜਾ ਖਾਣਾ ਹੈ। ਜਿੱਥੇ 4 ਖਾਣੇ ਹੋ 2 ਖਾ ਲਓ, 1 ਖਾ ਲਓ, ਖਾਓ ਜ਼ਰੂਰ। ਥੋੜਾ ਖਾਣਾ ਹੈ, ਥੋੜਾ ਸੌਣਾ ਹੈ। ਨੀਂਦ ਵੀ ਓਨੀ ਲੈਣੀ ਹੈ ਜਿੰਨੀ ਕਿ ਸਰੀਰ ਨੂੰ ਲੋੜ ਹੈ। ਜਦੋਂ ਨਹੀਂ ਇਹ ਟਿਕਦਾ ਤੇ ਫਿਰ ਉਦੋਂ ਸੌਂ ਲਓ। ਅਲਪ ਆਹਾਰ ਸੁਲਪ ਸੀ ਨਿੰਦਰਾ, ਦਇਆ ਸ਼ਿਮਾ ਤਨ ਪ੍ਰੀਤ। ਤੇ ਜੀਵਨ ਦੇ ਵਿੱਚ ਧਾਰਨ ਕਰੋ ਦਇਆ, ਨਿਮਰਤਾ, ਪ੍ਰੇਮ, ਸੀਲ, ਸੰਤੋਖ, ਸਦਾ ਨਿਰਵਾਹਿਓ ਸਬਰ ਸੰਤੋਖ। ਸ਼ੀਲਤਾ ਭਾਵ ਮਿੱਠਾ ਬੋਲਣਾ, ਸੀਲ, ਸੰਤੋਖ, ਸਦਾ ਨਿਰਵਾਹਿਵੋ ਹਵੈਵੋ। 3 ਗੁਣ ਅਤੀਤ ਜਿਹੜਾ ਵਰਤ ਰੱਖਣਾ ਹੈ ਉਹ 3 ਗੁਣਾਂ ਤੋਂ ਰੱਖਣਾ ਹੈ, ਰਜੋ ਤਮੋ ਸਤੋ ਤੋਂ, ਵਿਕਾਰਾਂ ਤੋਂ ਵਰਤ ਰੱਖਣਾ ਹੈ। ਇਹਨਾਂ ਤੋਂ ਬਚ ਕੇ ਰਹਿਣਾ, ਇਹ ਬਿਲਕੁਲ ਨਹੀਂ ਕਰਨੀ। ਹਵੈਵੋ 3 ਗੁਣ ਅਤੀਤ, ਇਹਨਾਂ ਵਿੱਚ ਆਉਂਦੇ ਆ ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਹਠ, ਜਿੱਦ। ਹਠ ਧਾਰਨਾ, ਧੂਣੀਆਂ ਤਾਪਣੀਆਂ, ਸਿਆਲ ਦੇ ਵਿੱਚ ਪਾਣੀ ਵਿੱਚ ਠੰਡੇ 'ਚ ਖੜਨਾ, ਇਹ ਹਠ ਹੈ। ਮਨ ਹਠ ਕਿਨੇ ਨਾ ਪਾਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹਠ ਕਰਕੇ ਕਿਸੇ ਨੇ ਰੱਬ ਨੂੰ ਨਹੀਂ ਪਾਇਆ, ਉਹ ਤਾਂ ਸਹਿਜ ਸੁਭਾਅ ਮਿਲ ਜਾਂਦਾ ਹੈ। ਬਸ ਥੋੜਾ ਗੁਰਮਤਿ ਅਨੁਸਾਰ ਚੱਲਣਾ ਸ਼ੁਰੂ ਕਰੋ। ਤੋ
ਹਵੈ ਵੋ ਤ੍ਰੈ ਗੁਣ ਅਤੀਤ, ਇਹਨਾਂ ਤਿੰਨਾਂ ਗੁਣਾਂ ਤੋਂ ਸਾਧ ਬਣੋ। ਅਤੀਤ ਹੁੰਦਾ ਸਾਧ। ਗ੍ਰਸਤੀ ਜੀਵਨ ਛੱਡ ਕੇ ਸਾਧ ਨਹੀਂ ਬਣ ਜਾਣਾ, ਘਰ ਬਾਰ ਤਿਆਗ ਕੇ ਸਾਧ ਨਹੀਂ ਬਣਨਾ। ਸਾਧ ਬਣਨਾ ਤਾਂ ਇਹਨਾਂ ਤਿੰਨਾਂ ਗੁਣਾਂ ਤੋਂ ਸੁਰਤ ਨੂੰ ਬਾਹਰ ਕੱਢੋ। ਸਰੀਰ ਨੂੰ ਨਾ ਕੱਢੋ, ਸੁਰਤ ਨੂੰ ਕੱਢੋ। ਉੱਚੀ ਚੁੱਕੋ ਇਹਨਾਂ ਤਿੰਨਾਂ ਗੁਣਾਂ ਚੋਂ। ਇਹਨਾਂ ਤਿੰਨਾਂ ਗੁਣਾਂ ਵਿੱਚ ਕੀ ਹੈ? ਕਾਮ, ਕ੍ਰੋਧ, ਅਹੰਕਾਰ, ਲੋਭ, ਮੋਹ, ਹਠ। ਨਾ ਮਨ ਸਿਓ ਲਿਆਵੈ, ਇਹਨਾਂ ਨੂੰ ਮਨ ਵਿੱਚ ਥਾਂ ਨਹੀਂ ਦੇਣਾ। ਕਾਮ, ਕ੍ਰੋਧ, ਅਹੰਕਾਰ, ਲੋਭ, ਹਠ, ਮੋਹ ਨਾ ਮਨ ਸਿਓ ਲਿਆਵੈ। ਬਸ ਇੰਨਾ ਹੀ ਬਹੁਤ ਹੈ। ਤਬ ਹੀ ਆਤਮ ਤੱਤ ਕੋ ਦਰਸੈ। ਸਾਡੀ ਆਤਮਾ ਪਰਮੇਸ਼ਰ ਦੀ ਅੰਸ਼ੀ ਆ। ਕਿਸੇ ਨੂੰ ਸਿਉਣੇ ਵਾਲੇ ਦੱਸਣਾ ਹੈ ਤਾਂ ਉਹਨੂੰ ਬਿਸਕੁਟ ਵੀ ਸੋਨੇ ਦਾ ਵਿਖਾਇਆ ਜਾ ਸਕਦਾ ਹੈ। ਸੋਨੇ ਦਾ ਕੜਾ ਵਿਖਾ ਕੇ ਵੀ ਕਹਿ ਸਕਦੇ ਹਾਂ ਵੀ ਆਹ ਸੋਨਾ ਹੈ। ਸੋਨੇ ਦੀ ਛੋਟੀ ਮੁੰਦਰੀ ਦੱਸ ਕੇ ਵੀ ਦੇਖਿਆ ਸਕਦੇ ਹਾਂ ਵੀ ਸੋਨਾ ਇਹੋ ਜਿਹਾ ਹੁੰਦਾ। ਕੋਕੇ ਨਾਲ ਵੀ ਪਤਾ ਲੱਗ ਜੂ ਵੀ ਆਹ ਸੋਨਾ ਹੈ। ਇਸੇ ਤਰ੍ਹਾਂ ਉਹ ਪਰਮੇਸ਼ਰ ਦਾ ਜਿਹੜਾ ਸਰੂਪ ਹੈ ਉਹ ਤੁਹਾਡੀ ਆਤਮਾ ਹੈ। ਜੇ ਤੁਸੀਂ ਆਪਣੀ ਆਤਮਾ ਨੂੰ ਜਾਣ ਲਿਆ ਤੇ ਪਰਮਾਤਮਾ ਨੂੰ ਜਾਣ ਲਿਆ, ਤਬ ਹੀ ਆਤਮ ਤੱਤ ਕੋ ਦਰਸੈ। ਜਦ ਆਪਣੀ ਆਤਮਾ ਨੂੰ ਦੇਖ ਲਿਆ, ਪਰਮ ਪੁਰਖ ਕੇ ਪਾਵੇ, ਪਰਮੇਸ਼ਰ ਵੀ ਪਾ ਲੈਣਾ। ਉਸਦੇ ਵਰਗਾ ਹੀ ਉਹ ਹੈ। ਸੂਖਮ ਮੂਰਤ ਨਾਮ ਨਿਰੰਜਨ, ਕਾਇਆ ਕਾ ਆਕਾਰ। ਸਾਡੇ ਸਰੀਰ ਵਰਗਾ ਹੀ ਸਾਡੇ ਵਿੱਚ ਸੂਖਮ ਰਹਿੰਦਾ। ਇੱਕ ਤਿੰਨ ਸਰੀਰਾਂ ਦੇ ਵਿੱਚ ਇੱਕ ਅਸਥੂਲ ਸਰੀਰ ਸਾਡੇ ਸਾਹਮਣੇ ਦਿਖਾਈ ਦਿੱਤਾ ਇੱਕ ਦੂਜੇ ਨੂੰ। ਦੂਸਰਾ ਸਰੀਰ ਹੈ ਗੁਰੂ ਪਿਆਰਿਓ, ਜਿਸ ਦੇ ਕਾਰਨ ਇਹ ਬਣਿਆ, ਉਹਨੂੰ ਕਹਿੰਦੇ ਆ ਕਾਰਨ ਸਰੀਰ। ਤੇ ਤੀਸਰਾ ਸੂਖਮ ਜਿਹੜਾ ਅਸਥੂਲ ਨੂੰ ਚਲਾਉਂਦਾ। ਤੇ ਜਦੋਂ ਸੂਖਮ ਵਿੱਚੋਂ ਨਿਕਲ ਜਾਂਦਾ ਫਿਰ ਇਹ ਤਿੰਨੇ ਹੀ ਖਿੰਡ ਜਾਂਦੇ ਆ। ਉਹ ਸੂਖਮ ਸਰੀਰ ਹੀ ਇਹਨੂੰ ਬੰਨ੍ਹ ਕੇ ਬੈਠਾ ਪੰਜਾਂ ਤੱਤਾਂ ਨੂੰ। ਫਿਰ ਤਾਂ ਪੰਜਾਂ ਤੱਤ ਵੀ ਅੱਡੋ ਅੱਡ ਹੋ ਜਾਂਦੇ ਆ। ਜਦੋਂ ਆਤਮਾ ਨਿਕਲ ਜਾਂਦੀ ਹੈ ਤਾਂ ਉਹ ਜਿਹੜਾ ਸੂਖਮ ਹੈ ਉਹ ਪਰਮੇਸ਼ਰ ਦਾ ਹੀ ਰੂਪ ਹੈ। ਸੂਖਮ ਮੂਰਤ ਨਾਮ ਨਿਰੰਜਨ। ਨਿਰਅੰਜਨ, ਅੰਜਨ ਹੁੰਦਾ ਕਾਲਸ, ਕਾਲਾ, ਰੰਗ ਰੂਪ ਵਾਲਾ। ਉਹ ਰੰਗ ਰੂਪ ਤੋਂ ਰਹਿਤ ਹੈ, ਸੂਖਮ ਸਰੂਪ ਹੈ ਜਿਹੜਾ। ਕਾਇਆ ਕਾ ਆਕਾਰ, ਤੇਰੇ ਵਾਸਤੇ ਤੇਰੇ ਵਰਗਾ ਹੀ ਹੈ। ਪੜ੍ਹ ਲਓ ਭਗਤਾਂ ਦੀਆਂ ਸਾਖੀਆਂ। ਕਬੀਰ ਸਾਹਿਬ ਜੀ ਦਾ ਲੰਗਰ ਚਲਾਉਣ ਆਇਆ ਤੇ ਕਬੀਰ ਸਾਹਿਬ ਵਰਗਾ ਹੀ ਆ ਕੇ ਬਣ ਕੇ ਆਇਆ ਸੀ। ਕਿਸੇ ਨੂੰ ਪਤਾ ਨਹੀਂ ਲੱਗਿਆ ਬਈ ਕਬੀਰ ਬੈਠਾ ਕਮਰੇ ਵਿੱਚ ਕਿ ਪਰਮੇਸ਼ਰ ਬੈਠਾ। ਕੋ ਸਤਨਾਮ ਸ੍ਰੀ। ਔਰ ਭਗਤ ਧੰਨਾ ਜੀ ਨੂੰ ਮਿਲਿਆ ਤੇ ਉਹਦੇ ਵਰਗਾ ਹੀ ਦੂਸਰਾ ਆਇਆ ਬਣ ਕੇ, ਕਿਉਂਕਿ ਉਹਦੀ ਆਤਮਾ ਹੀ ਪਰਮੇਸ਼ਰ ਦਾ ਰੂਪ ਧਾਰ ਕੇ ਨਾਲ ਕੰਮ ਕਰਾਉਣ ਲੱਗ ਜਾਂਦੀ ਆ। ਇੰਨੀ ਤਾਕਤ ਆ ਜਾਂਦੀ ਆ ਉਹ ਸਿੱਖ ਦੇ ਵਿੱਚ, ਭਗਤ ਦੇ ਵਿੱਚ। ਜੈ ਦੇਵ ਜੈ ਦੇਵ ਕੋ ਰਮਿਆ, ਬ੍ਰਹਮ ਨਿਰਵਾਣ ਲਿਵ ਲੀਨ ਪਾਇਆ। ਜੈ ਦੇਵ ਨੂੰ ਦਰਸ਼ਨ ਦਿੱਤੇ ਤੇ ਉਹਦੇ ਵਰਗਾ ਬਣ ਕੇ ਦਿੱਤੇ। ਮਤਲਬ ਕਿ ਪਰਮੇਸ਼ਰ ਏਕ ਹੈ, ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਸੋਨੇ ਦੇ ਹਜ਼ਾਰਾਂ ਟੋਟੇ ਕਰ ਦਿਓ, ਹਰ ਟੋਟਾ ਸੋਨਾ ਕਹਾਵੇਗਾ। ਸਾਰੇ ਟੋਟਿਆਂ ਨੂੰ ਕੁਠਾਲੀ ਵਿੱਚ ਪਾ ਕੇ ਢਾਲ ਦਿਓ, ਡਲੀ ਬਣਾ ਦਿਓ, ਉਹ ਵੀ ਸੋਨਾ ਹੀ ਵੱਜੇਗਾ। ਬਹੁਤੇ ਟੋਟੇ ਕਰਕੇ ਉਹ ਸਿਉਣੇ ਨਹੀਂ ਬਣ ਜਾਣਗੇ ਵੀ ਇਹ ਕਈ ਸਿਉਣੇ ਆ, ਇੱਕੋ ਹੀ ਸਿਉਣਾ ਰਹੂਗਾ। ਇਕੱਠਾ ਕਰਕੇ ਵੀ ਉਹ ਅਲੱਗ ਨਹੀਂ ਹੋਊਗਾ ਵੀ ਵੱਡਾ ਸੋਨਾ ਜਾਂ ਛੋਟਾ ਸੋਨਾ ਹੈ, ਉਹ ਵੀ ਸੋਨਾ ਹੀ ਆ। ਇਸੇ ਤਰ੍ਹਾਂ ਪਰਮੇਸ਼ਰ ਜਿਹੜਾ ਉਹ ਇੱਕ ਹੈ। ਜੀਵਾਂ ਦੇ ਵਿੱਚ, ਸਾਡੇ ਵੀ ਸ੍ਰਿਸ਼ਟੀ ਵਿੱਚ, ਕੁਦਰਤ ਵਿੱਚ ਅਨੇਕਾਂ ਹੋ ਕੇ ਬਣ ਗਿਆ। ਤੇ ਜਦੋਂ ਇਸ ਨੂੰ ਲੈ ਕਰਦਾ ਫਿਰ ਇੱਕ ਹੋ ਜਾਂਦਾ ਹੈ। ਕੋ ਸਤਨਾਮ ਸ੍ਰੀ। ਪ੍ਰੀਤਮ ਦੇ ਬਚਨ ਹੈ, ਏਕ ਹੈ, ਅਨੇਕ ਹੈ, ਅਨੇਕ ਹੈ ਫਿਰ ਏਕ ਹੈ। ਉਸ ਦਾ ਰੰਗ ਰੂਪ ਕੋਈ ਨਹੀਂ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਮੈਂ ਨਾ ਗਣੇਸ਼ਾ ਪ੍ਰਥਮ ਮਨਾਉ। ਹਿੰਦੂ ਮਤ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਗਣੇਸ਼ ਦੀ ਪੂਜਾ ਕੀਤੀ ਜਾਂਦੀ ਆ, ਪਰ ਗੁਰਮਤ ਵਿੱਚ ਨਹੀਂ ਇਹ ਚੀਜ਼।
ਅਸੀਂ ਕਿਸੇ ਦੇवी देवते की पूजा नहीं करते, ਅਸੀਂ ਤਾਂ ਉਸ ਦੀ पूजा करते हैं ਜਿਹਨੇ ਸਾਰੇ ਕੰਮ करने ਆ। ਕੋ ਸਤਨਾਮ ਸ੍ਰੀ। मैं ना गणेशा प्रथम मनाऊं, किशन विशन कबहू न त्याऊं। सारे कट्टे गए देवते, तिन्ने वाधू है, तीन गल्लां ही वाधू है। दाल रिझ गई कि नहीं रिझी, एक फाड़ी नप के देख लो, पता लग जू रिझ गई है। तिन्नां दी गल करती बहुत आ, तिन्ने कट दिते। पातशाह कहंदे मैं किसी देवी देवते की पूजा नहीं करता। मैं ना गणेशा प्रथम मनाऊं, किशन विशन कबहू न त्याऊं। फिर तुसी किहनूं मनाउने हो? सिख ने पुछया। महाराज जी, कान सुने पहचान ना 300। कहने मैं उसका स्वरूप तो नहीं कह सकता, पर कन्ना नाल उहदी आवाज़ सुन रहे हाँ। को सतनाम श्री। हुण शब्द है मेरे को, शब्द तुहाडे तक पहुँच रहे न, तुसी सुन रहे हो, इन्हां दी फोटो किहड़ी बनदी आ? कोई सतनाम कोई नहीं बनती। भाव परमेश्वर शब्द स्वरूप है। वाहो वाहो बाणी निरंकार है, तिस जेवड़ अवर न कोई। क्लीयर हो गई गल। शब्द ही सब तो पहला परमेश्वर है। शब्द ही साडे विचों बोलिया, भगतां चों बोलिया, गुरुआं चों बोलिया। ते 239 सालां दे विच शब्द नूं ही प्रकाश करना सीगा। सारा जोर इस शब्द नूं ही दुनिया विच दस्सण वास्ते लग गया बई असल परमेश्वर जां गुरु शब्द है, मनुख नहीं है। को सतनाम श्री। जे तुहाडे कन बोले होण, तुहानूं शब्द ना सुने, ते तुहाडी जीभ कोले कोई शब्द नहीं आ सकता। जिहड़ा बंदा बोला है वो गूंगा भी है। को सतनाम। ये शब्द की कृपा है अपने सारिਆਂ ते। भावें कि उन्हां विच भी शब्द है, उन्हां दी जीभ साथ नहीं दे रही, वो इशारियां नाल शब्द समझा दिंदे आ। इस करके पातशाह जी कहंदे कान सुने पहचान ना 300 लिव लागी मोरी पग इनस्यों। मैं शब्द नाल जुड़दा हाँ, जिहदा कोई रंग रूप नहीं। चक्र चिहन अर वर्ण जाति अर पात नाहन, जे रूप रंग या रेख पेख को कह ना सकत के। कोई नहीं कह सकता रब का रूप। जेड़े दुनिया ने रब के रूप बना के धरते बई आप पत्थर की मूर्ति रब है जी, इहो जिहा रब है, कबलमा 4 मुखां वाला ये भी रब है। ये पत्थर दियां मूर्तियां हैं, ये रब नहीं है। कबीर साहब जी कहते मैं नहीं इन्हां नूं मनदा। जदों गुरबाणी विच बैठे भगतां दी गुरु साहिब दी गल नूं आपां मिला के देखांगे, फिर पता लगू भी रब की आ। जिहड़ा गुरु नानक ने कहा, गुरु गोबिंद सिंह ने कहा, उही भगत कबीर साहब जी ने भी कहा। ओंकार आद जो सब तो पहला सी, मैं जाना वो मैं जान लिया। बाणी च लिखा कबीर साहब ने बचन, ओंकार आद मैं जाना, लिखिया मेटा ताहे ना माना। जेड़े बनते ढहंदे आ, लिखना तो मेटना, आपां फट्टी लिखते सी, फिर पोछ दिंदे सी, ढह जाते सी। जां गुरु प्यारो ये मनुख है जिहड़ा ये बनदा ते ढहंदा है। मूर्ति पूजा, पत्थर पूजा, मनुख पूजा, इनू मैं नहीं मनदा। मैं भी उस नूं मनदा जिहड़ा सब तो पहला ते सब तो पहला शब्द है। साचे ते पवना पया, पवना ते जल होए, जल ते त्रै भवन साजिया, घट घट जोड़ समोए। मेरे प्रीतम जी कहते हैं सिखो, मनमुख मोहे व्यापिया, बैराग उदासी ना होए। वो बैरागी नहीं है, वो उदासी नहीं है। जिहड़े घर बार छड्ड के जंगलों में चले गए, हुण उन्हां दी सुरत वापस बच्चियां विच फस गई है दोबारा। कोई सतनाम। घरे हजी इन्ना मोह ना पैंदा, जे विच रहिंदे शायद मोह घट पैंदा, पर दूर जाके सुरत दोबारा वापस घरे आ गई। घरे बैठे सोचते जंगलों में जाके सुख मिलूगा, जंगलों में जाके कहते यार घरे रहिंदे चंगा सीगा, एवें इत्थे आ गए। कहो सतनाम श्री। बंदा जिथे हुंदा उत्थे अपने आप नूं रखदा नहीं, वर्तमान विच नहीं रहिंदा। बाबा नानक जी भी यही समझाउंदे आ काजी ते दौलत खान नूं, तुसीं खड़े मसीत विचों पर तुसीं खुद इत्थे है नहीं गे, वो सूखम रूप इत्थे तुहाडा है नहीं गा। कहो सतनाम। सुरत तुहाडी किते होर फिरदी आ, घोड़े खरीददी, खड़ के तुसीं करदे हो इत्थे नमाज, ये तो हो ही नहीं। तो इस करके
ਤੀਜੇ ਪਾਤਸ਼ਾਹ ਵੀ ਇਹੀ ਬਚਨ ਕਹਿੰਦੇ ਹੈ, ਸਿੱਖੋ ਇਹ ਮਨ ਮੁਖਤਾ ਹੈ, ਅਗਿਆਨਤਾ ਹੈ, ਮਨ ਮਗਰ ਲੱਗ ਕੇ ਕਰਨ ਵਾਲੀਆਂ ਗੱਲਾਂ ਹਨ। ਇਹ ਮੋਹ ਵਿੱਚ ਫਸਿਆ ਹੋਇਆਂ ਦੀਆਂ ਗੱਲਾਂ ਹਨ। ਮਨ ਮੁਖ ਮੋਹੇ ਵਿਆਪਿਆ, ਬੈਰਾਗ ਉਦਾਸੀ ਨਾ ਹੋਏ। ਸ਼ਬਦ ਨਾ ਚੀਂਦਾ ਸਦਾ ਦੁੱਖ, ਹਰ ਦਰ ਗੈ ਪਤ ਖੋਏ। ਮੇਰੇ ਪ੍ਰੀਤਮ ਜੀ ਕਹਿੰਦੇ, ਸਿੱਖੋ ਉਹ ਲੋਕ ਜਿਹੜੇ ਘਰ-ਬਾਰ ਛੱਡ ਕੇ ਬੈਰਾਗੀ ਹੋ ਕੇ ਸਾਧ ਬਣ ਕੇ ਜੰਗਲਾਂ ਨੂੰ ਨਿਕਲ ਗਏ, ਉੱਥੇ ਜਾ ਕੇ ਗ੍ਰਸਤੀਆਂ ਨਾਲੋਂ ਵੀ ਜ਼ਿਆਦਾ ਫਸ ਗਏ ਔਰ ਗਲਤ ਫਸ ਗਏ, ਔਰ ਹੁਣ ਉਹ ਨਿਕਲ ਨਹੀਂ ਸਕਦੇ, ਐਸੇ ਫਸੇ ਐ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਓ ਘਾਲੈ ਧੰਦਾ। ਆ ਕਿੰਨੇ ਸਾਧ ਜੇਲ੍ਹਾਂ 'ਚ ਪਏ ਨੇ, ਇਸੇ ਕਰਕੇ ਹੀ ਆ। ਘਰੋਂ ਸਾਧ ਬਣਨ ਵਾਸਤੇ ਨਿਕਲੇ ਸੀਗੇ, ਪਰ ਗਾਂਹ ਜਾ ਕੇ ਕੁਛ ਹੋਰ ਹੀ ਹੋ ਗਿਆ। ਕੋਈ ਸਤਨਾਮ ਸੀ। ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਓ ਘਾਲੈ ਧੰਦਾ। ਫਿਰ ਕਿਵੇਂ ਫਸੇ? ਜਿਵੇਂ ਸਿੰਬਲ ਦੇਖ ਸੂਆ ਬਿਗਸਾਨਾ। ਸਿੰਬਲ ਦਾ ਦਰਖਤ ਹੁੰਦਾ ਹੈ, ਸਿੰਬਲ ਰੁੱਖ ਸਰਾਇਰਾ, ਅਤ ਦੀਰਘ ਅਤ ਮੁੱਚ। ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ, ਫਲ ਫਿੱਕੇ ਫਲ ਬਕ ਬਕੇ, ਕੰਮ ਨਾ ਆਵੇ ਪਤ। ਪਰ ਸਿੰਬਲ ਦਾ ਦਰਖਤ ਬੜਾ ਲੰਮਾ ਚੌੜਾ ਮੋਟਾ ਡਾਢਾ ਹੈ, ਉਹਨੂੰ ਫਲ ਵੀ ਲੱਗਦੇ ਹੈ, ਫਲਾਂ ਦਾ ਰੰਗ ਗੂੜਾ ਲਾਲ ਹੁੰਦਾ ਹੈ, ਤੇ ਤੋਤੇ ਜਿਹੜੇ ਆ, ਜਾਨਵਰ ਜਿਹੜੇ ਆ, ਉਹਦੇ ਫਲਾਂ ਨੂੰ ਖਾਣ ਵਾਸਤੇ ਆਉਂਦੇ ਆ। ਉਹ ਬੱਕ ਬੱਕੇ ਹੁੰਦੇ ਆ, ਸਵਾਦ ਵੀ ਨਹੀਂ ਹੁੰਦੇ। ਤੇ ਹੁੰਦਾ ਕੀ ਆ ਫਿਰ? ਜਾਂ ਤੋਤਾ ਆਦਿ ਜਾਨਵਰ ਉਹਦੇ ਵਿੱਚ ਆਪਣੀ ਚੁੰਝ ਮਾਰਦੇ ਆ, ਉਹਦੇ ਵਿੱਚ ਫਸ ਜਾਂਦੇ ਆ, ਤੇ ਮੁੜ ਕੇ ਨਿਕਲਦੀ ਨਹੀਂ, ਉੱਥੇ ਹੀ ਲੰਮ ਕੇ ਮਰ ਜਾਂਦੇ ਆ। ਇਹੋ ਹੀ ਹਾਲ ਕਾਮੀ ਲੋਕਾਂ ਦਾ, ਵਿਸ਼ੇਵਕਾਰੀ ਲੋਕਾਂ ਦਾ ਹੁੰਦਾ ਹੈ। ਇੱਕ ਵਾਰੀ ਫਸ ਗਏ ਫੇਰ ਨਹੀਂ ਨਿਕਲਦੇ। ਕਹੋ ਸਤਨਾਮ ਸੀ। ਔਰ ਫਿਰ ਹੋਰ ਕੀ ਹੁੰਦਾ ਹੈ? ਜਦੋਂ ਕੋਈ ਬੈਰਾਗ ਬਣ ਕੇ ਘਰੋਂ ਥੋੜਾ ਬਹੁਤ ਬੈਰਾਗ ਲੱਗਿਆ ਰੱਬ ਦੇ ਪਾਉਣ ਦਾ, ਪਰ ਗਾਂਹ ਜਾ ਕੇ ਉਹ ਗੱਲ ਭੁਲਾ ਦਿੱਤੀ। ਫਿਰ ਕੀ ਹੋਇਆ? ਸਾਧ ਬਣ ਕੇ ਜੰਗਲ 'ਚ ਬਹਿ ਗਿਆ। ਸ਼ਰਧਾਵਾਨ ਲੋਕਾਂ ਨੇ ਉਹਨੂੰ ਮਹਾਂਪੁਰਸ਼ ਸਮਝ ਕੇ, ਬਾਬਾ ਸਮਝ ਕੇ ਉਹਦੀ ਸੇਵਾ ਕਰਨੀ ਸ਼ੁਰੂ ਕਰਤੀ। ਸਿਰ ਤੇ ਛੱਤ ਪਾਤੀ, ਝੌਂਪੜੀ ਪਾਤੀ। ਝੌਂਪੜੀ ਪਾਉਣ ਤੋਂ ਬਾਅਦ ਉਹਦੇ ਨਾਲ ਦੁਨੀਆ ਜੁੜਨੀ ਸ਼ੁਰੂ ਹੋਈ। ਝੌਂਪੜੀ ਤੋਂ ਕਮਰਾ ਬਣ ਗਿਆ, ਕਮਰੇ ਤੋਂ ਡੇਰਾ ਬਣ ਗਿਆ, ਡੇਰੇ ਤੋਂ ਆਸ਼ਰਮ ਬਣ ਗਿਆ। ਹਜ਼ਾਰਾਂ ਲੱਖਾਂ ਲੋਕ ਉਹਦੇ ਨਾਲ ਜੁੜ ਗਏ। ਉਸ ਨੂੰ ਐਸ਼ ਮਿਲ ਗਈ, ਚੰਗਾ ਸ਼ਕਲ ਛਕਾਉਣ ਨੂੰ ਮਿਲ ਗਿਆ, ਮਾਇਆ ਦੇ ਢੇਰ ਲੱਗ ਗਏ। ਹੁਣ ਰੱਬ ਤੋਂ ਕੀ ਕਰਾਉਣਾ? ਕੋ ਸਤਨਾਮ ਸੀ। ਉਸ ਐਸ਼ ਵਿੱਚ ਐਸਾ ਫਸਿਆ ਜਿਵੇਂ ਸਿੰਮਲ ਦੇ ਦਰਖਤ ਦੇ ਫਲ ਵਿੱਚ ਤੋਤੇ ਦੀ ਚੁੰਝ ਫਸ ਜਾਂਦੀ ਹੈ। ਸਿੰਮਲ ਦੇਖ ਸੂਆ ਬਿਕਸਾਨਾ, ਅੰਤ ਕੀ ਵਾਰ ਮੂਆ ਲਪਟਾਨਾ। ਉੱਥੇ ਲਪਟ ਕੇ ਜਿਵੇਂ ਉਹ ਜਾਨਵਰ ਮਰ ਜਾਂਦੇ ਆ, ਇਸੇ ਤਰ੍ਹਾਂ ਇਹ ਮਨੁੱਖ ਵੀ ਗ੍ਰਸਤੀਆਂ ਨਾਲੋਂ ਵੀ ਜ਼ਿਆਦਾ ਫਸ ਜਾਂਦਾ। ਇਹਨੂੰ ਕਹਿੰਦੇ ਆ ਦੌ ਕਹਿੰਦੇ ਆ ਜੰਗਲ ਦੀ ਅੱਗ। ਜਿਵੇਂ ਜੰਗਲ ਨੂੰ ਅੱਗ ਲੱਗ ਜਾਵੇ, ਸਾਰਾ ਜੰਗਲ ਤਬਾਹ ਕਰ ਦਿੰਦੀ ਆ। ਮਨੁੱਖ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਅੱਗ ਲੱਗ ਜਾਵੇ ਤੇ ਇਹਦਾ ਜੀਵਨ ਤਬਾਹ ਕਰ ਦਿੰਦੀ ਹੈ। ਔਰ ਅਸੀਂ ਅੱਜ ਦੇਖਦੇ ਹਾਂ, ਅੱਜ ਕਿਉਂ ਹਜ਼ਾਰਾਂ ਸਾਲਾਂ ਤੋਂ ਐਸਾ ਹੋ ਰਿਹਾ। ਜਦੋਂ ਵੀ ਕੋਈ ਘਰ-ਬਾਰ ਛੱਡ ਕੇ ਬਾਹਰ ਨਿਕਲਦਾ ਹੈ, ਕੋਟਣ ਮੈਂ ਕਹੂੰ, ਕੋਈ ਵੇਲਾ ਹੀ ਉਹ ਗੱਲ ਯਾਦ ਰੱਖਦਾ ਹੈ ਕਿ ਮੈਂ ਰੱਬ ਨੂੰ ਪਾਉਣ ਚੱਲਿਆ, ਨਹੀਂ ਤਾਂ ਭੁੱਲ ਜਾਂਦਾ ਗਾਂ ਜਾ ਕੇ। ਕੋਈ ਸਤਨਾਮ। ਜਦੋਂ ਬਾਬਾ ਜੀ ਹੁੰਦੀ ਆ, ਫਿਰ ਖੁਦ ਹੀ ਰੱਬ ਬਣ ਪੈਂਦਾ ਕਿ ਮੈਂ ਹੀ ਰੱਬ ਹਾਂ। ਇਹ 'ਚ ਕੋਈ ਸ਼ੱਕ ਨਹੀਂ ਕਿ ਸਾਡੀ ਆਤਮਾ ਰੱਬ ਦੀ ਅੰਸ਼ ਹੈ, ਪਰ ਸਰੀਰ ਰੱਬ ਨਹੀਂ ਹੈ। ਜੇ ਕੋਈ ਕਹਿੰਦਾ ਕਿ ਮੈਂ ਰੱਬ ਹਾਂ, ਦੁਨੀਆ ਉਹਦੀਆਂ ਫੋਟੋਆਂ ਗਲ 'ਚ ਪਾ ਕੇ ਤੁਰੀ ਫਿਰੂਗੀ, ਆ ਰੱਬ ਦੀ ਫੋਟੋ ਹੈ, ਤੇ ਤੂੰ ਕਿਹੜਾ ਘੱਟ ਹੈ? ਤੇਰੀ ਫੋਟੋ ਵੀ ਤਾਂ ਫਿਰ ਉਹੋ ਜਿਹੀ ਹੋਈ, ਤੂੰ ਆਪ ਦੀ ਰੱਖ ਲੈਣਾ। ਨਿਜ ਸਰੂਪ ਨਾਲ ਜੁੜੋ, ਆਪਣੇ ਆਪੇ ਦੀ ਖੋਜ ਕਰੋ। ਬੰਦੇ ਖੋਜ ਦਿਲ ਹਰ ਰੋਜ਼ ਨਾ, ਫਿਰ ਪਰੇਸ਼ਾਨੀ ਮਾਹੇ। ਇਹ ਜੋ ਦੁਨੀਆ ਸੇਹਰ ਮੇਲਾ, ਦਸਤਗੀਰੀ ਨਾਹੇ। ਆਪਣੇ ਆਪ ਦੀ ਖੋਜ ਕਰੋ। ਫਿਰ ਇਹ ਸੰਸਾਰ ਫਿਰ ਮੂਰਤੀ ਪੂਜਾ ਵਿੱਚ ਪੈ ਗਿਆ। ਜਿਨ੍ਹਾਂ ਨੇ ਰੱਬ ਕਿਹਾ, ਕ੍ਰਿਸ਼ਨ ਜੀ ਨੂੰ, ਰਾਮ ਜੀ ਨੂੰ, ਹੋਰ ਨੇਕਾ ਅਵਤਾਰ ਜਿਹੜੇ ਦੁਨੀਆ ਵਿੱਚ ਆਏ, ਉਹਨਾਂ ਦੀ ਗੱਲ ਭੁਲਾ ਕੇ ਉਹਨਾਂ ਦੀਆਂ ਮੂਰਤੀਆਂ ਬਣਾ ਕੇ ਰੱਖ ਲਈਆਂ। ਤਾਈਓ ਗੁਰੂ ਗੋਬਿੰਦ ਸਿੰਘ ਨੂੰ ਕਹਿਣਾ ਪਿਆ ਕਿ ਮੈਨੂੰ ਰੱਬ ਨਾ ਕਹਿ ਦਿਓ। ਜਿਹੜਾ ਰੱਬ ਕਹੂਗਾ ਨਰਕਾਂ ਨੂੰ ਜਾਊਗਾ, ਮੈਂ ਉਹਦਾ ਜ਼ਿੰਮੇਵਾਰ ਨਹੀਂ। ਕਹੋ ਸਤਨਾਮ। ਸਪਸ਼ਟ ਕੀਤੀ ਨਾ ਗੱਲ, ਇਸੇ ਕਰਕੇ ਕੀਤੀ
कि कल नूं जद असीं अलोप हो जाइए दुनिया चों, इन्हां ने साडियां फोटोआं कोई घोड़े वाली कोई होर इहनूं मत्थे टेकने शुरू कर दिंदे आ। को सतनाम सी। गुरु साहब ने जान तो पहला, अलोप होने तो पहला किन्नी गल क्लीयर कीती आ कि सिख दे अंदर कोई शक ना रह जे, शंका ना रह जे। अपने 4 साहिबजादे भी दुनिया विच नहीं त्यागे, नहीं तो शायद दुनिया ने उन्हां नूं भी गुरु प्यारिओ मन के ग्रंथ साहिब नूं छड्ड जाना सी। को सतनाम सी। ये भी सतगुर दा ख्याल है। खैर अपनी सारी अंश बंश अपने नाल लै गए, पर खालसा पंथ नूं साज के गुरु ग्रंथ साहिब दे लड़ ला दिता है कि मेरा रूप ग्रंथ जी जान, इसमें भेद न रंच कमान, जो मुझ बचन करन की चाहे, ग्रंथ विचार सुनो चित लाए। गल क्लीयर हो गई। इस करके खालसा पंथ विच मूर्ति पूजा नहीं बनी, नहीं तो बन जाती जे गुरु साहब ये गल्लां क्लीयर ना करके जाते। मैं हो परम पुरख को दासा, देखन आयो जगत तमाशा, जो मुझको परमेश्वर उचरै, तेर नर नरक कुंड में पर है, मोह को दास तवन का जानो, या मैं भेद न रंच पछानो। मैं उदा दास आ उदा सेवक हाँ, जो मुझको परमेश्वर उचरै है, तेर नर नरक कुंड में पर है। वो नरका नूं जान के मैनू रब ना कहो, भावें कि उन्हां दे विच रब ही बोले है, पर उन्हां दा जिहड़ा मकसद सीगा शब्द गुरु नूं प्रगट करना, फिर ये मकसद खराब हुंदा सी। को सतनाम सी। इस करके सतगुरां ने अपना मकसद पूरा करके कल आपां दिहाड़ा मनाया संपूर्णता दिवस, जो दमदमा साहिब तलवंडी विखे संपूर्ण किया गया गुरु ग्रंथ साहिब जी का पवित्र स्वरूप, और नंदेड़ साहब विखे फिर गुरगद्दी दिवस मनाया जाता। इस करके गुरु प्यारिओ सतगुरु ते अमरदास महाराज जी भी कहते ये संसार जिहड़ा है मनमुख है, ये शब्द नाल नहीं जुड़िया, ये शरीरां नाल इन्हां इंद्रियां नाल जुड़ के रह गया। इंद्रियां दे मोह विच ऐसा फसिया, और इंद्रियां जिहड़ियां है इन्हां ने मन नूं काबू कर लिया। जिवें मन कहंदा शरीर दी गड्डी उधर नूं तोड़ के लै जांदा मनुख। मेरे प्रीतम जी कहते शब्द न चीनै सरा दुख, हर दर गए पत खोए, इत्थे भी ते उत्थे भी ओदी बेइज्जती हुंदी है। फिर दरगाह दे विच ओदी इज्जत नहीं हुंदी, ओदी इज्जत खराब हो जाती है, गवाच जाती है इज्जत ओदी। बैरागी बनना कोई सौखी जी गल नहीं है। बैरागी का अर्थ है बेराग। राग हुंदा है गुरु प्यारिओ खुशी, राग होंदा है खुशी, मोह ममता आदि ये राग है सारा कुछ। इस तो बेराग हो जाना, इन्हां चों उच्ची उठ जाना, वो है बैरागी। पर बहुत मुश्किल है। कोटन मैं कहूँ कोई बिरला ही है न बिरले नाही घने फैल फकड़ संसार। इस फैले हुए झूठे संसार विच बिरले बिरले है, पर है थोड़े। को सतनाम किते किते आ, और वो तो अपने आप को परमेश्वर नाल जोड़ के किधरे बैठे आ। मेरे प्रीतम जी कहते शब्द न चीनै सदा दुख, हर दर गै पत खोए, हौं मैं गुरमुख खोईऐ, नाम रते सुख होए। जिन्हां ने गुरु वाले बन के अपना हंकार त्याग दिता, बई मैं हाँ बस, ये हंकार दे मगल ही ये चारे दूजे पैरोकार काम क्रोध लोभ ते मोह आ जाते आ। जदों मनुख कहता मैं मेरे वर्गा कौन है, जिवें भाई जोगा जी की साखी तुसीं जाणदे ही हो, याद कर लो। हम मैं गुरमुख खोईऐ, नाम रते सुख होए। जदों मनुख दे अंदरों हंकार निकल गया, ये निकलना नाम दे रंग विच रंगिया। कपड़े नूं रंगण तो पहला ललारी कास्टिक विच पाउंदा है, रंग काट पाउंदा है उस दे विच, ते ओहदे पुराने रंग सारे कट्टे जांदे आ। गुरु भी रंग लाउंदा है। भांडा धोए बैस धूप देवो, तो दूधे को जावो। पहला संसार दे रंगां नूं कटदा है, फिर इहनूं पक्का रंग चढ़ाउंदा है। गुरु भी उस सियाणे ललारी वर्गा ही आ।
भाई मंझ दे सारे रंग दूर किते ते अखीर ते फिर जदों जमा साफ हो गया, क्लीयर हो गया, फिर पातशाह ने रंग चढ़ा दिता। जब खूह चों बाहर कढ़िया, धरती ते खड़ा होया ते पातशाह ने लैके गलवकड़ी च कहा, मंझ प्यारा गुरु को, गुरु मंझ प्यारा, मंझ गुरु का बोझता जग लंघन हारा। इस तरह गुरु कदे कदे परीक्षा भी पाउंदा है, तो मानो उदों सिख दी सुधाई करदा है। को सतनाम सोधदा है इसनूं। मेरे प्रीतम जी कहंदे, हम मैं गुरमुख होइया नाम रते सुख होए मेरे मन। सतगुरु अपने आप को संबोधन करते हैं, आपां अपने आप को करिए, क्योंकि प्रथाए साखी महापुरख बोलते सांझी सगल जहाने। मैं कह रही हाँ मेरे मन, तो मैं अपने आप को कह रहा, तुसी अपने आप को कहो। को सतनाम की कहना मानो, मेरे मन अहनिस पूर रही नित आसा। देखना वो परमेश्वर तैनों किन्ना कुछ दिंदा, दिन रात तेरियां आसां पूरियां करदा है। सो क्यों विसरै जिन सब किश दिया, सो क्यों विसरै जे जीवन जिया, सो क्यों विसरै जे अगन में राखै। पर गुर प्रसाद को बिरला लाखै। कोई बिरला ही गुरु कृपा दे नाल इस गल नूं जानना करदा है, समझना करदा है। मेरे प्रीतम जी कहंदे हन, सिखा अपने मन नूं संबोधन कर, वो परमेश्वर तैनूं इन्नियां दातां दिंदा है। मात लोक विचों गुरु बन के आया है, सतगुर सेव मोह पर जलै। जिहड़ा मोह तैनूं असली बैरागी नहीं बनन दिंदा, गुरु नूं सिमर, तेरा जिहड़ा मोह है इनू गुरु खत्म कर सकदा है। को सतनाम सी। इस मोह नूं ब्रह्म अग्नि दे नाल मचाउणा कर। घर ही माहे उदासा, तैनू घरों बाहर जाण दी लोड़ ही नहीं पैनी। सब किछ घर में बाहर नाही, बाहर टोले सो भरम भलाही। गुर प्रसादी जिनी अंतर पाया, सो अंतर बाहर सुहेला जियो। वो हर थां ते सुखी है, जिन्हें गुरु की कृपा दे नाल अपने अंदरों प्राप्त किया। और भगतां ने घर बार छड्ड के जाना नहीं किया किधरे। अपने फर्जां नूं निभाउंदियां होइयां, गृहस्थी जीवन च रहिंदियां होइयां उन्होंने रब नूं पाया। भगत नामदेव जी कपड़ियां का काम करते हैं, रंगण का, सिउण का। भगत कबीर साहब जी जुलाहे का काम करते हैं, खड्डी का। और इस तरह ही रविदास जी चमड़े का, जुत्तियां का काम करते हैं, बनाउण का, गंढण का। उन्होंने घर बार तो नहीं छड्डिया। एक दिन पंडित तलोचन, जिन्हें बड़ी महिमा सुनी, भगत नामदेव जी का समकाली होया, ये आ गया। कहते वेखा यार भगत की बड़ी महिमा हो रही है, भगत नामदेव किवें भगती करदा, मैं भी उवें करया करा। ते जदों भगत जी के घर वाल आया तो की वेखदा, भगत जी अपना गृहस्थी जीवन का फर्ज निभा रहे हैं, कपड़े रंग रहे हैं, सिउं रहे हैं, मेहनत कर रहे हैं। तलोचन मार के झाती जी मुड़न लग्या, नामदेव जी ने आवाजा मार लिया, कहने किवें पंडित जी मुड़ गए, आजो आजो अगे आजो। तलोचन कोल आ गया, आओ पंडित जी किवें आए। कहने यार मैं तो वैसे आया सीगा, तेरी बड़ी सिफत हो रही है, भी बड़ा तकड़ा भगत है नामदेव, ते तू तो आप धंधियां विच फसिया बैठा। कोई सतनाम, तू किहड़ी भगती करदा। तलोचन कहंदा नामा माया मोहिया, कहे तलोचन मीत। दुनिया झूठ बोलती है बई रब ने नामदेव की झोंपड़ी घर बना दिता होना, हो नहीं सकता गा। ब्राह्मण ने शंका कर लिया। कोई सतनाम सी। तलोचन नामा माया मोहिया, कहे तलोचन मीत। काहे छीपो छाए लै, ये छींबे की झोंपड़ी रब ने घर किवें बना दिता, झूठ बोलते। राम ना लावो चीत, तू तो धंधियां च फसिया बैठा, नाम जपदा ही नहीं दिसदा। भगत जी कहंदे नामा कहे तलोचना, मुख ते राम संभाल।
ਨਾਮ ਜਪਣ ਦੇ ਵਾਸਤੇ ਹੱਥ ਪੈਰ ਬੰਦ ਕਰਨ ਦੀ ਲੋੜ ਨਹੀਂ ਹੈ। ਕਹੋ ਸਤਨਾਮ ਸ੍ਰੀ। ਨਾਮ ਜਪਣਾ ਮੁਖ ਦੇ ਨਾਲ, ਹਿਰਦੇ ਦੇ ਨਾਲ, ਸੁਰਤ ਦੇ ਨਾਲ, ਤੇ ਹੱਥਾਂ ਪੈਰਾਂ ਨਾਲ ਕੰਮ ਕਰੋ। ਦੋਨੇ ਕੰਮ ਹੋ ਸਕਦੇ ਹੈ। ਗੁਰੂ ਨਾਨਕ ਦਾ ਪੰਥ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲਾ ਹੈ। ਗੁਰੂ ਨਾਨਕ ਦਾ ਪੰਥ ਵਿਹਲੜਾਂ ਦਾ ਪੰਥ ਨਹੀਂ ਹੈ, ਜੋਗੀਆਂ ਦਾ ਪੰਥ ਨਹੀਂ ਹੈ। ਇਹ ਜੰਗਲਾਂ ਵਿੱਚ ਜਾ ਕੇ ਬੈਠਣ ਵਾਲੇ ਬਰਾਗੀਆਂ ਉਦਾਸੀਆਂ ਦਾ ਪੰਥ ਨਹੀਂ ਹੈ। ਸਿੱਖੋ, ਤੀਜੇ ਪਾਤਸ਼ਾਹ ਜੀ ਕਹਿੰਦੇ ਘਰ ਦੇ ਵਿੱਚ ਰਹਿੰਦਿਆਂ ਹੀ ਅਸੀਂ ਪਰਮੇਸ਼ਰ ਨੂੰ ਪਾ ਸਕਦੇ ਹਾਂ। ਤਾਂ ਪੰਡਤ ਤਲੋਚਨ ਜਿਹੜਾ ਸੀਗਾ ਉਹ ਭਗਤ ਜੀ ਦੇ ਗੁਰੂ ਪਿਆਰਿਓ ਖੁਸ਼ ਹੋਇਆ। ਚਲੋ ਵਿਚਾਰਾਂ, ਇਹ ਦੋਸਤ ਮਿੱਤਰ ਸੀ ਦੋਨੇ, ਤਰਕ ਵਿਤਰਕ ਵੀ ਹੁੰਦੇ ਰਹਿੰਦੇ, ਗੱਲਾਂ ਬਾਤਾਂ ਵੀ ਹੁੰਦੀਆਂ। ਅਖੀਰ ਤਲੋਚਨ ਪੰਡਤ ਪ੍ਰਭਾਵਿਤ ਹੋਇਆ। ਕਹਿੰਦਾ ਯਾਰ ਤੈਨੂੰ ਰੱਬ ਰੋਜ਼ ਦਰਸ਼ਨ ਦਿੰਦਾ ਹੈ, ਕਦੇ ਮੈਨੂੰ ਵੀ ਕਰਵਾ ਦੇ, ਕਦੇ ਕਹਿ ਦੇ ਉਸ ਪਰਮੇਸ਼ਰ ਨੂੰ ਯਾਰ ਮੈਨੂੰ ਵੀ ਦਰਸ਼ਨ ਦੇ ਦੇਵੇ, ਤੂੰ ਕਿਵੇਂ ਕਰਦਾ ਮੈਨੂੰ ਵੀ ਕਰਾ ਦੇ। ਕਹਿੰਦੇ ਕੋਈ ਗੱਲ ਨਹੀਂ, ਕਹਿ ਦਿਆਂਗੇ। ਕਹਿੰਦੇ ਜਦੋਂ ਕਿਤੇ ਭਗਤ ਜੀ ਦਾ ਪਰਮੇਸ਼ਰ ਨਾਲ ਪਿਆਰ ਪਿਆ ਤੇ ਦਰਸ਼ਨ ਹੋਏ ਤੇ ਕਹਿਣ ਲੱਗੇ ਮਹਾਰਾਜ ਤਲੋਚਨ ਨੂੰ ਵੀ ਤਾਰ ਦਿਓ, ਮੇਰਾ ਮਿੱਤਰ ਹੈ। ਉਹ ਕਹਿੰਦੇ ਛੱਡ ਯਾਰ, ਉਹ ਤਾਂ ਪਖੰਡੀ ਬ੍ਰਾਹਮਣ ਹੈ। ਨਹੀਂ ਮਹਾਰਾਜ ਮੇਰੇ ਅੱਖ ਇੱਕ ਵਾਰ ਦਰਸ਼ਨ ਦੇ ਦਿਓ ਉਹਨੂੰ। ਕਹਿੰਦੇ ਚੱਲ ਕੋਈ ਨਹੀਂ, ਦੇ ਦਿਆਂਗੇ ਉਹਨੂੰ। ਕਹਿਦੀ ਵੀ ਤੇਰੇ ਘਰੇ ਪਰਮੇਸ਼ਰ ਆਊਗਾ, ਪਛਾਣ ਲਈ ਆਪੇ, ਮੈਂ ਦੱਸਣਾ ਨਹੀਂ ਕਿ ਮੈਂ ਹੀ ਰੱਬ ਹਾਂ। ਇਹ ਤਾਂ ਗੁਰੂਆਂ ਨੇ ਵੀ ਨਹੀਂ ਕਿਹਾ ਮੈਂ ਰੱਬ ਹਾਂ, ਤੇ ਜਿਨ੍ਹਾਂ ਨੇ ਕਿਹਾ ਉਹ ਖਤਮ ਹੋ ਗਏ। ਕਹੋ ਸਤਨਾਮ ਸ੍ਰੀ। ਰੱਬ ਵੀ ਨਹੀਂ ਕਹਿੰਦਾ ਮੈਂ ਰੱਬ ਹਾਂ, ਤਾਂ ਗੁਰੂ ਪਿਆਰਿਓ ਕਹਿਣ ਲੱਗੇ ਉਹਨੂੰ ਕਹਿ ਆਪੇ ਪਛਾਣ ਲਵੇ, ਮੈਂ ਦੱਸਣਾ ਨਹੀਂ ਕਿ ਮੈਂ ਰੱਬ ਹਾਂ। ਕਹਿਣ ਲੱਗੇ ਠੀਕ ਆ। ਹੁਣ ਭਗਤ ਤਲੋਚਨ ਜਿਹੜਾ ਹੋਇਆ ਪੰਡਤ, ਇਹਨਾਂ ਦੇ ਘਰੇ ਸਾਧੂਆਂ ਦਾ, ਬ੍ਰਾਹਮਣਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਸੀਗਾ। ਘਰ ਵਾਲੀ ਉਹਨਾਂ ਵਾਸਤੇ ਲੰਗਰ ਪ੍ਰਸ਼ਾਦਾ ਤਿਆਰ ਕਰਦੀ, ਛਕਾਉਂਦੀ। ਆਖਰ ਵਿਚਾਰੇ ਬੁੱਢੇ ਹੋ ਗਏ, ਵੱਡੀ ਉਮਰ ਹੋ ਗਈ, ਤੇ ਬੀਬੀ ਕਹਿਣ ਲੱਗੀ ਪੰਡਤ ਜੀ ਨੂੰ, ਕਹਿੰਦੀ ਭਗਤ ਜੀ ਕੋਈ ਨਾ ਕੋਈ ਰਸੋਈਆ ਰੱਖ ਲਓ, ਲਾਂਗਰੀ ਰੱਖ ਲਓ, ਮੈਥੋਂ ਹੁਣ ਲੰਗਰ ਤਿਆਰ ਨਹੀਂ ਹੁੰਦਾ ਸੰਗਤ ਵਾਸਤੇ। ਤੋ ਇਸ ਭਾਲ ਵਿੱਚ ਸੀਗਾ ਕੋਈ ਬੱਚਾ ਮਿਲ ਜੇ ਜਿਹੜਾ ਘਰੇ ਰਸੋਈ ਦਾ ਕੰਮ ਕਰਨ ਜਾਣਦਾ ਹੋਵੇ ਤੇ ਆਪਾਂ ਘਰੇ ਰੱਖ ਲਈਏ। ਤੇ ਪਰਮੇਸ਼ਰ ਨੂੰ ਵੀ ਇਹ ਬਹਾਨਾ ਵਧੀਆ ਲੱਗਿਆ। ਕਹਿੰਦੇ ਪਰਮੇਸ਼ਰ ਨੇ ਫਿਰ ਉਹੋ ਜਿਹਾ ਰੂਪ ਧਾਰ ਲਿਆ। ਜਿਹੋ ਜਿਹੀ ਭਗਤ ਦੀ ਸਿੱਖ ਦੀ ਸੋਚ ਹੁੰਦੀ ਹੈ, ਪਰਮੇਸ਼ਰ ਉਹੋ ਜਿਹਾ ਰੂਪ ਧਾਰ ਕੇ ਆ ਜਾਂਦੇ ਆ। ਕਈ ਵਾਰੀ ਜਦੋਂ ਰੂਪ ਧਾਰਿਆ, ਬਾਜ਼ਾਰ 'ਚੋਂ ਜਾਂਦੇ ਆ, ਤਲੋਚਨ ਨੂੰ ਇੱਕ ਅੱਗੋਂ ਬੱਚਾ ਮਿਲਿਆ। ਜਾਣਦਾ ਤਾਂ ਸੀਗੇ ਪਰਮੇਸ਼ਰ ਇਹ ਤਲੋਚਨ ਹੈ। ਉਹਨੇ ਤਲੋਚਨ ਨੂੰ ਪੁੱਛ ਲਿਆ, ਕਹਿੰਦਾ ਭਾਈ ਸਾਹਿਬ ਕਿਤੇ ਕੰਮ ਕੋ ਮਿਲ ਜੇ, ਕਿਤੇ ਕੰਮ ਹੀ ਦਵਾ ਦਿਓ ਮੈਨੂੰ। ਜਿਵੇਂ ਸਾਡੇ ਬੱਚੇ ਬਾਹਰ ਜਾ ਕੇ ਕੰਮ ਭਾਲਦੇ ਆ, ਇੱਥੇ ਕੰਮ ਕਰਨ ਨੂੰ ਤਿਆਰ ਨਹੀਂ। ਕਹੋ ਸਤਨਾਮ ਸ੍ਰੀ। ਚਲੋ ਖੈਰ, ਤਲੋਚਨ ਕਹਿੰਦਾ ਵੀ ਕੀ ਕੰਮ ਕਰ ਲੈਣਾ। ਕਹਿਣ ਲੱਗਿਆ ਕੰਮ ਤਾਂ ਮੈਂ ਸਾਰੇ ਕਰ ਲੈਣਾ। ਸਾਰੇ ਕੰਮ ਨਹੀਂ ਅਸੀਂ ਕਰਾਉਣੇ, ਇਸ ਤਾਂ ਰਸੋਈ ਦਾ ਕੰਮ ਕਰਾਉਣਾ। ਰੋਟੀ ਪਕਾ ਸਕਦਾ? ਕਹਿੰਦੇ ਹਾਂ ਹਾਂ ਰੋਟੀ ਮੈਂ ਪਕਾ ਦਿਆ ਕਰੂੰਗਾ। ਕਹਿੰਦੇ ਚੱਲ ਠੀਕ ਹੈ, ਫਿਰ ਸਾਨੂੰ ਲੋੜ ਹੈ ਤੇ ਚੱਲ ਸਾਡੇ ਘਰ। ਘਰੇ ਲੈ ਗਿਆ। ਕਹਿੰਦਾ ਪਹਿਲਾਂ ਤਨਖਾਹ ਮੁਕਾ ਲਾ, ਖਰਚਾ ਪਾਣੀ ਕੀ ਲਏਗਾ? ਕਹਿੰਦਾ ਮਿੱਤਰਾ ਖਰਚਾ ਕੁਛ ਨਹੀਂ ਲੈਂਦਾ, ਬਸ ਰੋਟੀ ਦੇ ਦਿਆ ਕਰੋ ਖਾਣ ਨੂੰ। ਪਰ ਇੱਕ ਮੇਰਾ ਪਰਨ ਹੈ ਕਿ ਇੱਕ ਤਾਂ ਮੈਨੂੰ ਇਹ ਨਾ ਵੇਖੋ ਵੀ ਕਿੰਨੀਆਂ ਖਾਂਦਾ ਕਿੰਨੀਆਂ ਨਹੀਂ ਖਾਂਦਾ, ਤੇ ਇੱਕ ਮੇਰੀ ਨਿੰਦਿਆ ਨਾ ਕਰਿਓ। ਕਹੋ ਸਤਨਾਮ। ਤੇ ਜੇ ਮੇਰੀ ਕਿਸੇ ਕੋਲ ਨਿੰਦਿਆ ਕਰਤੀ ਫਿਰ ਮੈਂ ਨਹੀਂ ਖੜਨਾ, ਤੈਨੂੰ ਪਹਿਲਾਂ ਦੱਸਦਾ। ਉਹ ਕਹਿੰਦਾ ਨਿੰਦਿਆ ਕਿਉਂ ਕਰਨੀ ਆ? ਜਾਂ ਤੂੰ ਮਿਹਨਤ ਕਰੇਗਾ, ਪ੍ਰਸ਼ਾਦਾ ਜਿੰਨਾ ਮਰਜ਼ੀ ਛਕ ਲਈ। ਕਹਿੰਦੇ ਠੀਕ ਆ, ਬਸ ਇਹ ਦੋ ਗੱਲਾਂ ਨਾ ਕਰ ਦਿਓ ਕਿਤੇ, ਫਿਰ ਨਹੀਂ ਮੈਂ ਰਹਿਣਾਗਾ। ਉਸ ਘਰ ਵਿੱਚ ਰਹਿ ਕੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਲੱਗਿਆ। ਤਾਂ ਗੁਰੂ ਪਿਆਰਿਓ ਕਾਫੀ ਸਮਾਂ ਬਤੀਤ ਹੋ ਗਿਆ, ਬੜਾ ਰੰਗ ਲੱਗਿਆ। ਉਹ ਪ੍ਰਸ਼ਾਦਾ ਤਿਆਰ ਕਰ ਦਿੰਦਾ ਹੈ, ਛਕਾ ਦਿੰਦਾ ਸਭ ਨੂੰ। ਤੇ ਜਦੋਂ ਗੁਰੂ ਪਿਆਰਿਓ ਉਹਦੇ ਛਕਣ ਦਾ ਸਮਾਂ ਆਉਂਦਾ ਹੈ ਤੇ ਬੀਬੀ ਛਕਾ ਦਿੰਦੀ ਆ, ਤਾਂ ਉਸ ਵੇਲੇ ਫਿਰ ਗੁਰੂ ਪਿਆਰਿਓ ਕੀ ਹੋਇਆ? ਕਈ ਦਿਨ ਕਈ ਮਹੀਨੇ ਬਤੀਤ ਹੋ ਗਏ, ਕੰਮ ਚੱਲਦਾ ਰਿਹਾ। ਤੇ ਕੰਮ ਜਦ ਚੱਲਦਾ ਰਿਹਾ ਤੇ ਇੱਕ ਦਿਨ ਕੀ ਹੋਇਆ, ਬੀਬੀ ਕਹਿਣ ਲੱਗੀ ਬੈਠ ਪੁੱਤ, ਮੈਂ ਤੈਨੂੰ ਪ੍ਰਸ਼ਾਦਾ ਛਕਾ ਦਿਆਂ। ਪ੍ਰਸ਼ਾਦਾ ਰੋਜ਼ ਹੀ ਛਕਾਉਂਦੀ ਸੀ, ਅੱਜ ਵੀ ਛਕਾਉਣ ਲੱਗੀ।
एक दिन उन्हें दो प्रशादे रखे तो दो छक के खड़ा हो गया, ना होर लिया तो ना छड़िया। सोचा घट होने आ, उन्हें चार कट्ठे रखते, वो चार ही खा गया। उन्हें एक प्रशादा होर बढ़ाया, अज वो पंजे खा गया। समझ नहीं आती जवाक की भुख किन्नी का। को सतनाम सी। एक दिन कहन लगी, बह जा पुत, मैं तेनू रजा के खवाऊंगी। और गुरु प्यारे हो, जदों खवाउण लगी, वो कहन लगे, माता जी मैं रजिया ही हाँ। मैं ठीक है, जिवें जिन्ना मैं छकदा। कहंदी नहीं, तुसीं बैठो तो मैं पका के खवाऊं तैनूं। कहन लगिया तुहाडी मर्जी आ। वो बीबी प्रशादा पकाउण लगी थी, वो खाण लग्या। खांदियां खांदियां जिहड़ा आटा सी घरे भड़ोली भी सारा ही खा गया। बारी बारी गुन्नना पिया उसनूं, जो सारा ही आटा मुक गया। हुण ना ये कहण जोगी भी तू उठ खड़, हुण बथेरियां हो गईयां। कहनी मैं तेनूं रजा के हटूंगी। अंत पाउण चली परमेश्वर दा। सारा ही आटा मुक गया। भज के गवांढियां दे गई, कुड़े भैणे आ दो सिर आटा दे। की गल कुड़े मुक गया? कारा मुक गया। वो साडा जिहड़ा रसोई है पता नहीं किहो जिहा, कदे दो खा के उठ खड़े आ, कदे चार खा के उठ खड़े आ, पंज खा के उठ खड़े आ। मैं सोचा भी रजा के खवा दिया। अज वो हटदा ही नहीं गा, जिन्ना आटा सारा ही खा गया। तो दो सिर आटा दे, मैं तेनू दे जूंगी। कहो सतनाम सी। उथों आटा लियाई, भज के बोटे च पा के गवांढियां धारा। पर जब घरे आई तो रसोईया रफू चक्कर। को सतनाम सी। मौत लभ्या, किते लभ्या ही ना। कई दिन बतीत हो गए। एक दिन गुरु प्यारिओ फिर त्रिलोचन किते भगत जी नूं मिलिया। कहने भगत जी सोनू कहा सी रब दे दर्शन करवा दिओ। ते जांदे होए नामे नूं दस गए। कहने भगत जी मैं 2 महीने उन्हें घर ला के आ गया, उन्होंने पछाणिया ही नहीं मैनू। कोई सतनाम सी। और हुण आपां चले आ, उन्होंने मेरा परम तोड़ दिता, मेरी निंदिया करती, नाल ही रोटियां गिणन लग पे। इन्हां कह के अलोप हो गया। परमेश्वर कहने त्रिलोचन ने फिर किते कहा, महाराज सोनू कहा सी दर्शन करा रहे हो रब ने। भगत जी कहते रब तां सोडे घरे 2 महीने ला के तुर गया, तू वेख्या ही नहीं गा। को सतनाम सी। 2 महीने ला के तुर गया? कदों? कहने जिहड़ा सोडे घरे रसोईया बन के आया सी, वो आप ही आया सी। को सतनाम सी। अच्छा, सानू जर पता ही लग्या। कहने तो फिर पछाणना पैंदा हैगा, गुरु दे कोलों पछाण वाली अख लैनी पैंदी है। को सतनाम सी। जैसा वेखै तैसा वेख। जे तू उहनूं रसोईया वेखेगा, रसोईया दिसूगा। जे तू उहदे विचों परमेश्वर वेखना चाहुंदा, परमेश्वर भी दिस जांदा। को सतनाम सी। हुण वो चलिया गया, बड़ा पछताउंदा है। ते घरे आके फिर अपने घरवाली नूं दसदा, भागवाने तू बहुत माड़ा कीता, अपने घरे रब ही आया सीगा ते तू उसनूं भजा दिता। किवें? कहे रसोईया सी, वो रब सीगा, ताइयों तो इन्ना आटा खा गया। ਉਹਦੀ भुख का अंत नहीं पाया जा सकता। वो किड्डा क वड्डा है, वो छोटे तो छोटा तो वड्डे तो वड्डा है। नारायण निंदस काय भोली गवारी, ओ कमलीए मूर्खे, तू परमेश्वर की निंदिया की। उदने गुआंढण कोल जाके उन्हें दसी सारी गल। कहनी मैं आटा लैन गई सीगी, उत्थे गली लग गई ते मुड़ के भज गया, लभ्या ही नहीं गा। नारायण निंद सिकाए भोली गवारी, दुकिरत सुकिरत थारो कर्मरी। ये तेरे चंगे माड़े कर्म है, हे जीव इस्त्री। हुण इन्हां नूं भोग। खोटे कर्मा करके तैथों परमेश्वर अलोप हो गया, तेरे माड़े कर्मा करके, निंदिया करके। ताइयों सानूं रब दिसदा नहीं ना। साडे जे सोच, साडी सुरत, साडे कर्म माड़े, फिर कित्थों दिसे हो? कहंदे खोटे कर्मा करके वो तैथों अलोप हो गया। हुण कीते कर्मां दा फल भोग। इस तरह गुरु प्यारिओ फिर अगे शब्द दे विच कई लोकां दे कर्मां दी गल कीती है। शंकरा मस्तक बसता सुरसरी स्नारे। लोग कहंदे आ गंगा ते जाके बंदा पवित्र हो जाता है। कहंदे शिव जी दे मत्थे विच चंद्रमा लगे है और उत्तों दी ओहदे गंगा दा जल डिगदा है रोज लगातार। हले तक ओहदा कलंक नहीं लथा जिहड़ा उसने गौतम तपे दी इस्त्री दे वास्ते इंद्र नाल मिलना कीता सी। को सतनाम
ਗੌਤਮ ਤਪਾ ਅਹਿਲਿਆ ਇਸਤਰੀ ਤਿਸ ਦੇਖ ਇੰਦਰ ਲੁਭਾਇਆ। ਤੇ ਇੱਧਰ ਜਿਹੜਾ ਸੀਗਾ ਇਸ ਨੇ ਇਹਨਾਂ ਨੂੰ ਵੀ ਨਾਲ ਰਲਾ ਲਿਆ। ਕਹਿੰਦੇ ਹਜੇ ਤੱਕ ਉਹਨਾਂ ਦਾ ਕਲੰਕ ਨਹੀਂ ਲੱਥਾ। ਮਾੜੇ ਕਰਮ ਜਿਹੜੇ ਹਨ ਉਹ ਮੱਥੇ ਦੇ ਵਿੱਚੋਂ ਕਦੇ ਵੀ ਖਤਮ ਨਹੀਂ ਹੁੰਦੇ ਜਿੰਨਾ ਚਿਰ ਗੁਰੂ ਨੂੰ ਪੁੱਛ ਕੇ ਗੁਰਮਤਿ ਅਨੁਸਾਰ ਚੱਲਿਆ ਨਾ ਜਾਵੇ। ਸਾਡਾ ਜੀਵਨ ਬਦਲਣਾ ਚਾਹੀਦਾ। ਬਾਬਾ ਜੀ ਕਹਿੰਦੇ ਸਤਿਗੁਰ ਸੇ ਮੋਹ ਪਰਜਲੈ ਘਰ ਹੀ ਮਾਹੇ ਉਦਾਸਾ ਰਹਾਓ। ਗੁਰਮੁਖ ਕਰਮ ਕਮਾਵੇ ਬਿਗਸੈ ਹਰ ਬੈ ਨਾਲ ਆਨੰਦ। ਸਾਨੂੰ ਗੁਰੂ ਵਾਲੇ ਬਣ ਕੇ ਚੰਗੇ ਕਰਮ ਕਰਨੇ ਚਾਹੀਦੇ ਹੈ। ਬਿਗਸੈ ਖੁਸ਼ ਰਹਿਣਾ ਚਾਹੀਦਾ ਹੈ। ਹਰੀ ਦਾ ਵੈਰਾਗ ਮਿਲਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹਦੇ ਵਿੱਚ ਆਨੰਦ ਹੈ। ਉੱਥੇ ਆਨੰਦ ਨਹੀਂ ਜੰਗਲਾਂ ਵਿੱਚ ਜਾ ਕੇ। ਨਾ ਵਿੱਚ ਸੁੱਖ ਗ੍ਰਸਤ ਦੇ ਨਾ ਸੁੱਖ ਛੱਡ ਗਿਆ। ਸੁੱਖ ਹੈ ਵਿੱਚ ਵਿਚਾਰ ਦੇ ਸਤਿਗੁਰ ਸ਼ਰਨ ਪਿਆ। ਇਸ ਕਰਕੇ ਸਾਨੂੰ ਘਰੇ ਰਹਿਣਾ ਹੀ ਚਾਹੀਦਾ। ਗ੍ਰਸਤੀ ਜੀਵਨ ਦੇ ਫਰਜ਼ਾਂ ਤੋਂ ਭੱਜਣਾ ਨਹੀਂ ਚਾਹੀਦਾ। ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮ ਵਸਾਏ। ਤਾਂ ਤੇ ਸਿੱਖੋ ਤੁਸੀਂ ਘਰੇ ਹੀ ਸੰਤ ਹੋ, ਘਰੇ ਹੀ ਸਾਧੂ ਹੋ, ਘਰੇ ਹੀ ਗੁਰਮੁਖ ਹੋ। ਘਰੋਂ ਬਾਹਰ ਛੱਡ ਕੇ ਜਾਣ ਦੀ ਲੋੜ ਨਹੀਂ ਹੈ। ਉਹ ਸਾਧੂ ਹੈ, ਉਹ ਬੈਰਾਗੀ ਹੈ ਜਿਹੜਾ ਹਿਰਦੇ ਵਿੱਚ ਹਰੀ ਦਾ ਨਾਮ ਵਸਾ ਲਵੇ। ਅੰਤਰ ਲਾਗ ਨ ਤਾਮ ਸਮੂਲ ਹੈ। ਲਾਗ ਹੁੰਦਾ ਲਾਗ ਲੱਗਣੀ। ਜਿਵੇਂ ਕੋਈ ਚੀਜ਼ ਐਸੀ ਖਾ ਲਈਏ ਮਿਹਦੇ ਵਿੱਚ ਲਾਗ ਲੱਗ ਜਾਂਦੀ ਆ ਤਾਂ ਮਨੁੱਖ ਦੀ ਅੰਦਰ ਫਿਰ ਇਹ ਮੋਹ ਮਮਤਾ ਦੀ ਲਾਗ ਵੀ ਨਹੀਂ ਰਹਿੰਦੀ। ਤਾਮਸ ਤਵਾ ਨਹੀਂ ਰਹਿੰਦੀ, ਇਹ ਖਤਮ ਹੋ ਜਾਂਦੀ ਆ। ਅੰਤਰ ਲਾਗ ਨ ਤਾਮਸ ਮੂਲ ਹੈ। ਜਦੋਂ ਵਿੱਚੋਂ ਆਪ ਗਵਾਏ, ਜਦੋਂ ਹੰਕਾਰ ਨੂੰ ਤਿਆਗ ਦਿੱਤਾ, ਇਹਨਾਂ ਪੰਜਾਂ ਵਿਕਾਰਾਂ ਦੀ ਲਾਗ ਵੀ ਜਿਹੜੀ ਲੱਗੀ ਆ ਅੰਦਰ ਉਹ ਲੈ ਜਾਣੀ ਆ। ਕੋ ਸਤਨਾਮ ਸੀ, ਉਹ ਖਤਮ ਹੋ ਜਾਣੀ ਆ। ਅੰਦਰ ਲਾਗ ਨ ਤਾਮਸ ਮੂਲੇ, ਵਿੱਚੋਂ ਆਪ ਗਵਾਏ। ਨਾਮ ਨਿਧਾਨ ਸਤਿਗੁਰੂ ਦਿਖਾਲਿਆ। ਹਰ ਰਸ ਪੀਆ ਅਗਾਏ ਸਿੱਖੋ। ਮੈਨੂੰ ਤਾਂ ਮੇਰੇ ਗੁਰੂ ਅੰਗਦ ਦੇਵ ਜੀ ਨੇ ਉਹ ਨਾਮ ਦਾ ਖਜ਼ਾਨਾ ਦਿਖਾ ਦਿੱਤਾ ਹੈ ਕਿ ਨਾਮ ਕੈਸਾ ਹੈ। ਉਹ ਤੇਰੇ ਅੰਦਰ ਹੈ ਸਭ ਦੇ। ਚਾਰ ਪਦਾਰਥ ਲੈ ਜਾ ਕੇ ਆਇਆ, ਸ਼ਿਵ ਸ਼ਕਤੀ ਕਰ ਵਾਸਾ ਪਾਇਆ। ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੇ ਨਾਮ ਵਿਸਾਰਾ ਹੈ। ਸੰਸਾਰ ਵਿੱਚ ਆਏ ਸੀ ਤਮਾਸ਼ਾ ਦੇਖਣ, ਪਰ ਤਮਾਸ਼ੇ ਦੇ ਵਿੱਚ ਹੀ ਖਚਤ ਹੋ ਗਏ। ਕੋ ਸਤਨਾਮ ਸੀ। ਜਾਣਾ ਸੀ ਵਾਪਸ ਤਮਾਸ਼ਾ ਦੇਖ ਕੇ ਦੁਨੀਆ ਦਾ, ਇੱਥੋਂ ਗੁਰੂ ਵਾਲੇ ਬਣ ਕੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਜਾਣਾ ਸੀ, ਪਰ ਨਿਗੋਰਾ ਹੀ ਮਰ ਗਿਆ। ਔਰ ਜਿਹੜੀ ਪੂੰਜੀ ਲੈ ਕੇ ਆਇਆ ਸੀ ਨਾਮ ਦੀ ਪੂੰਜੀ, ਉਹ ਇੱਥੇ ਹੀ ਗਵਾ ਗਿਆ। ਜਿਵੇਂ ਕੋਈ ਬਾਜ਼ਾਰ ਗਿਆ ਬੱਚਾ ਸੌਦਾ ਲੈਣ ਗਿਆ, ਪੈਸੇ ਗਵਾਇਆ। ਵੇਖੋ ਸਤਨਾਮ ਸੀ। ਸੌਦਾ ਤਾਂ ਲੈਣਾ ਕੀ ਆ, ਮੁੜ ਕੇ ਘਰੇ ਜਾਣ ਜੋਗਾ ਵੀ ਨਹੀਂ ਰਹਿੰਦਾ ਗਾ। ਮੇਰੇ ਪ੍ਰੀਤਮ ਜੀ ਕਹਿੰਦੇ ਨਾਮ ਨਿਧਾਨ ਸਤਿਗੁਰੂ ਦਿਖਾਲਿਆ। ਹਰ ਰਸ ਪੀਆ ਅਗਾਏ। ਉਹ ਨਾਮ ਦੇ ਨਾਲ ਜੁੜ ਕੇ ਮੈਂ ਨਾਮ ਦਾ ਰਸ ਪੀ ਕੇ ਰੱਜ ਗਿਆ ਸਿੱਖੋ। ਜਿਨ ਕਿਨੇ ਪਾਇਆ ਸਾਧ ਸੰਗਤੀ। ਜਿਨ੍ਹਾਂ ਨੇ ਵੀ ਇਸ ਦਾਤ ਨੂੰ ਪ੍ਰਾਪਤ ਕੀਤਾ, ਸੰਗਤ ਵਿੱਚੋਂ ਪ੍ਰਾਪਤ ਕੀਤਾ, ਗੁਰਮੁਖਾਂ ਦੀ ਸੰਗਤ ਵਿੱਚੋਂ ਪ੍ਰਾਪਤ ਕੀਤਾ। ਪੂਰਾ ਭਾਗ ਬੈਰਾਗ, ਜਿਹੜਾ ਬੈਰਾਗ ਸ਼ਬਦ ਹੈ ਨਾ, ਵੱਡੇ ਭਾਗਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ। ਕੋ ਸਤਨਾਮ ਸੀ। ਕਹਿਣ ਨੂੰ ਭਾਵੇਂ ਕਿੰਨੇ ਕੋਈ ਧਾਰਮਿਕ ਝੋਲੇ ਪਾਈ ਫਿਰੇ, ਪਰ ਬੈਰਾਗ ਜਿਹੜਾ ਹੋਣਾ ਹੈ ਉਹ ਗੁਰੂ ਦੀ ਕਿਰਪਾ ਨਾਲ ਹੀ ਹੁੰਦਾ ਹੈ। ਮੇਰੇ ਪ੍ਰੀਤਮ ਜੀ ਨੂੰ ਇੱਕ ਦਿਨ ਇੱਕ ਸਿੱਖ ਨੇ ਕਿਹਾ, ਮਹਾਰਾਜ ਮੈਂ ਵਿਆਹ ਨਹੀਂ ਕਰਾਉਣਾ, ਤੁਸੀਂ ਦੱਸੋ ਮੈਂ ਵਿਆਹ ਕਰਾਵਾਂ ਕਿ ਸਾਧ ਬਣ ਜਾਵਾਂ ਜਾਂ ਗੁਰਸਿੱਖ ਬਣ ਜਾਵਾਂ। ਮੇਰੇ ਪ੍ਰੀਤਮ ਜੀ ਕਹਿੰਦੇ ਤੇਰੇ ਤੇ ਡਿਪੈਂਡ ਕਰਦਾ। ਜੇ ਤੂੰ ਅੱਜ ਇਹ ਪਰਨ ਕਰਦਾ ਕਿ ਮੈਂ ਸ਼ਾਦੀ ਨਹੀਂ ਕਰਾਉਣੀ, ਵਿਆਹ ਨਹੀਂ ਕਰਾਉਣਾ, ਮੈਂ ਰੱਬ ਨੂੰ ਪਾਉਣਾ ਹੈ, ਤੇ ਫਿਰ ਤੂੰ ਜ਼ਿੰਦਗੀ ਪਰ ਇਹਦੇ ਬਾਰੇ ਸੋਚੀ ਵੀ ਨਾ। ਜੇ ਤੂੰ ਭਈ ਨਹੀਂ ਕੰਟਰੋਲ ਰੱਖ ਸਕਦਾ ਆਪਣੇ ਆਪ ਤੇ, ਫਿਰ ਤੂੰ ਵਿਆਹ ਕਰਾ ਲਾ। ਵਿਆਹ ਕਰਾਉਣਾ ਕੋਈ ਮਾੜੀ ਗੱਲ ਨਹੀਂ, ਇਹ ਤੂੰ ਆਪਦੇ ਮਨ ਨਾਲ ਸਲਾਹ ਕਰ। ਬਾਬਾ ਫਰੀਦ ਜੀ ਕੀ ਕਹਿੰਦੇ ਇਸ ਵਿਸ਼ੇ ਤੇ? ਕਹਿੰਦੇ ਜਦੋਂ ਇਹ ਮਨੁੱਖ ਸਾਧ ਬਣ ਕੇ ਪੁੱਠੇ ਪਾਸੇ ਚੱਲ ਪਵੇ ਤੇ ਫਿਰ ਉਹਦੀ ਜ਼ਿੰਦਗੀ ਜਮਾ ਹੀ ਨਰਕ ਬਣ ਜਾਂਦੀ ਆ, ਖਤਮ ਹੋ ਜਾਂਦੀ ਆ, ਖਰਾਬ ਹੋ ਜਾਂਦੀ ਆ, ਕੰਮ ਦੀ ਨਹੀਂ ਰਹਿੰਦੀ। ਬਾਣੀ ਦੇ ਵਿੱਚ ਬਚਨ ਕੀਤੇ ਆ ਸਤਿਗੁਰਾਂ ਨੇ, ਕਹਿੰਦੇ ਜੇ ਤੂੰ ਸਾਧ ਬਣਦਾ ਹੈ ਤਾਂ ਸਾਧਗੀ ਨਿਭਾ, ਤੇ ਜੇ ਤੂੰ ਸਾਧ ਬਣ ਕੇ ਤੇ ਫਿਰ ਇਹ ਗ੍ਰਸਤੀ ਜੀਵਨ ਵਾਲੇ ਧੰਦਿਆਂ ਵਿੱਚ ਫਸ ਗਿਆ, ਫਿਰ ਤੇਰੀ ਜ਼ਿੰਦਗੀ ਵਿਕਾਰ ਹੈ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਹਨ, ਸਿੱਖਾ
सतगुर ने विराग असली दसिया, जिन किने पाया साध संगति पूरे भाग बैराग, मनमुख फिरै न जाने सतगुरु हौमै अंदर लाग। इन्हां दे अंदर हौमै दी लाग लगी हुई है बीमारी। वो मनमुख जिहड़े अपने आप नूं बैरागी ते उदासी कहाउंदे आ, घर बार छड्ड के और दर्द मंगते फिरते आ, जंगलों में जा वड़े, फिर अगे जाके विषय विकारां विच फस गए। वो कदे भी असली बैरागी या उदासी नहीं हो सकते। नानक शब्द रते हर नाम रंगाए, बिन भै के ही लाग। जिन्ना चिर डर नहीं है उन्ना चिर नाम का रंग भी नहीं चढ़ता। ते डर गुरु का होना चाहिए। की कहते हैं बाणी विच, जो ग्रह करे तो धर्म कर। जे तू गृहस्थी बनता है तो गृहस्थी का धर्म है लोड़ बंदा नूं अपने खजाने चों कुछ ना कुछ देना, उन्हां दी मदद करनी, धर्म दे कर्म करने। जो ग्रह करे तो धर्म कर। जे तैथों गृहस्थी धर्म निभदा तो निभा, जे नहीं निभदा तो कर बैराग। फिर भाई रब वाले पासे लग जा, नाम जपिया कर, सिमन करया कर। जो ग्रह करे तो धर्म कर, नहीं तो कर बैराग। बैरागी बंधन करे, घरों साध बन के निकलिया, गांह डेरे दे माल नाल जुड़ गया, फिर गृहस्थियां वाले धंधियां में फस गया, फिर विषय विकारां नूं भोगण लग पिया। फिर की होगा भला? जो ग्रह करे तो धर्म कर, नहीं तो कर बैराग। बैरागी बंधन करे ताको बड्डो आप भाग। ओरे बड़े माड़े भाग हन। जिहड़ा पहला घरों निकलिया रब नूं पावांगे, घर की नार त्यागा अंधा, अगे जाके पर नारी स्यो घालै धंधा वाली घटना घट गई। फिर समझो उहदे वर्गे माड़े भाग किसे दे नहीं। कहो सतनाम। खैर विचारा इत्थे रोक रहे हैं। आखिरी पंक्तियां में मेरे प्रीतम जी कहते, मनमुख फिरै न जाने सतगुरु। जिहड़े मनमुख अपने आप नूं भग में चिट्टे काले नीले पा के भजे फिरदे है, पर गुरु की गल नहीं समझते। गुरु की कहता है, परमेश्वर की कहता है, कुदरत की कहती है। जब उसनूं समझते नहीं तो उन्हां दे अंदर हंकार की लाग लगी है। नानक शब्द रते हर नाम रंगाए, बिन पै के ही लाग। इस करके क्यों ना सानू नाम की लाग लगे। ये तन माया पाहिया प्यारे, सानू माया का पाह चढ़ गया है। ये तन माया पाहिया प्यारे, लीतड़ा लब रंगाए। तू तो लालच का पाह चढ़ा लिया, मोह का पाह चढ़ा लिया। मेरे कंत न भावे चोलड़ा, तू मेरे मालक नूं चंगा नहीं लगेगा। क्यों धन सेजा जाए, फिर तेरी जमीर तेरी जीव आत्मा किवें मालक कोले जावेगी। क्यों धन सेजा जाए, हों कुर्बाना जाओ मेहरबाना, हों कुर्बाना जाओ, हों कुर्बाना जाओ। उन्हें आख्या लैन जो तेरा नाओ। नानक शब्द रते हर नाम रंगाए, जिन्हां ने नाम दे रंग विच रंगे अपने आप नूं। बिन भै के ही लाग। ये रंग तां चढ़ूगा जे गुरु के डर विच विचरांगे, गुरमत अनुसार चलांगे, तो सानू नाम का रंग भी चढ़ जाना है। लाल रंग तिसको लगा जिस कै बड़ भागा, मैला कदे न हो भी न लागै दागा। इस करके आओ असली बैरागी, असली उदासी गुरमत अनुसार चल के बनीए। भटकन का कोई फायदा नहीं। शराब सुध समूह सिधान कै, देख फिरो कर जोग जति के। सूर सरादन सुध सदारक संत समूह अनेक मती के। सारे ही देश को देख रहे हो मत, को न देखिए प्राणपति के। श्री भगवान की भाए कृपा होते, एक रत्ती बिन एक रत्ती के। जिन्ना चिर गुरु की कृपा नहीं लेंदे, गुरु वाले नहीं बनते, उन्ना चिर आपे बने साध, आपे बने रब जिहड़े आ भटकना विच पै के दुखी हुंदे आ। इसी पवित्र शब्द की विचार, अगले शब्द की विचार कल के दीवाना में सरवण करांगे। बोलदियां लेखा अखर बाद घाट हो जाते। सिख संगतां ते सतगुरु बख्शण योग है, बख्श लेना जी। समाप्ति करिए। बुलाओ फतेह पा फतेह। वाहिगुरु जी का खालसा, वाहिगुरु जी की फतेह। वाहिगुरु।